ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਬੇਅੰਤ ਕਿਰਪਾ ਰਹਿਮਤ ਹੋਈ ਹੈ ਜੋ ਸਤਿਗੁਰੂ ਦੇ ਚਰਨ ਸ਼ਰਨ ਗੁਰੂ ਦਰਬਾਰ ਦੀ ਹਾਜ਼ਰੀ ਮਹਾਰਾਜ ਦੇ ਦਰ ਕਰਦੀਆਂ ਸਤਸੰਗ ਘੜੀਆਂ ਪ੍ਰਾਪਤ ਹਨ। ਆਓ ਜੋ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਮਹਾਨ ਇਤਿਹਾਸਕ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਜਿਸ ਦੀ ਲੜੀਵਾਰ ਜੋ ਕਥਾ ਪਹਿਲੇ ਮਹੱਲੇ ਦੀ ਆਪ ਜੀ ਸਰਵਣ ਕਰ ਰਹੇ ਹੋ। ਕੱਲ ਆਪਾਂ 28ਵੇਂ ਘਰ ਦੇ ਕੁਝ ਪ੍ਰਸੰਗ ਔਰ 29ਵੇਂ ਘਰ ਦਾ ਇਹ ਪ੍ਰਸੰਗ ਕਿ ਸਤਿਗੁਰੂ ਜੀ ਤਾਰਦੇ ਹੋਏ ਕਾਬਰੂ ਦੇਸ਼ ਕਾਮ ਦੇਸ਼ ਅਸਾਮ ਬੰਗਾਲ ਦਾ ਇਲਾਕਾ ਗਰੀਬ ਨਵਾਜ ਪਾਤਸ਼ਾਹ ਪਹੁੰਚੇ ਹੈ ਜਿੱਥੇ ਜੰਤਰਾਂ ਮੰਤਰਾਂ ਤੰਤਰਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਬਹੁਤ ਹੀ ਭੁੱਖ ਲੱਗੀ ਹੈ, ਮੈਂ ਵਿਆਕੁਲ ਹਾਂ, ਕਿਰਪਾ ਕਰੋ ਮੈਨੂੰ ਆਗਿਆ ਦਿਓ ਨਗਰ ਵਿੱਚ ਜਾ ਕੇ ਮੈਂ ਪ੍ਰਸ਼ਾਦਾ ਪਾਣੀ ਛਕਿਆ। ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆ ਤੂੰ ਨਾ ਜਾ, ਇਹ ਜਿਹੜਾ ਨਗਰ ਹੈ ਨਾ ਇਹ ਬਹੁਤ ਦੁਖਦਾਈ ਹੈ। ਕਹਿੰਦਾ ਮਹਾਰਾਜ ਮੈਨੂੰ ਐਵੇਂ ਤੁਸੀਂ ਨਗਰ ਜਾਣ ਤੋਂ ਵਰਜਦੇ ਹੋ, ਐਵੇਂ ਮੈਨੂੰ ਤੁਸੀਂ ਇਹ ਡਰ ਜਾ ਮਨ ਵਿੱਚ ਦੇ ਰਹੇ ਹੋ, ਆਪ ਕੁਛ ਖਾਣਾ ਨਹੀਂ ਹੈ। ਮਹਾਰਾਜ ਤੁਸੀਂ ਆਹਾਰ ਕਰਦੇ ਨਹੀਂ ਤੇ ਮੈਨੂੰ ਭੁੱਖ ਲੱਗੀ ਹੈ, ਮਿਦਾ ਜਾਏ ਬਿਨਾ ਸਰਨਾ ਨਹੀਂ, ਕਿਰਪਾ ਕਰੋ।
ਸਤਿਗੁਰੂ ਕਹਿੰਦੇ ਚੰਗਾ ਤੇਰੀ ਮਰਜ਼ੀ ਹੈ। ਭਾਈ ਮਰਦਾਨਾ ਚਲਿਆ ਗਿਆ, ਅੱਗੇ 4 ਇਸਤਰੀਆਂ ਬੈਠੀਆਂ। ਉਹਨਾਂ ਚੋਂ ਇੱਕ ਨੇ ਐਸਾ ਜਿਹੜਾ ਤੰਤਰ ਸੀ, ਧਾਗਾ ਜਿਹਾ ਗਲ ਵਿੱਚ ਪਾਇਆ, ਭਾਈ ਮਰਦਾਨੇ ਨੂੰ ਭੇਡੂ ਬਣਾ ਲਿਆ ਤੇ ਬੰਨਤਾ। ਹੁਣ ਅਨੁਭਵ ਤੇ ਹੈ ਸਾਰਾ, ਪਰ ਸਰੀਰ ਹੋਰ ਹੈ। ਫਿਰ ਮਹਾਰਾਜ ਅੱਗੇ ਬੇਨਤੀਆਂ ਕਰਦਾ, ਜਦੋਂ ਇਹ ਦੁੱਖ ਮਿਲਿਆ ਕਿ ਕਿੱਥੇ ਫਸਿਆ, ਘਰ ਇਲਾਕਾ ਬਹੁਤ ਦੂਰ ਹੈ, ਹੁਣ ਕੋਈ ਹੋਰ ਤੇ ਛਡਾਉਣ ਵਾਲਾ ਨਹੀਂ। ਗੁਰੂ ਸਾਹਿਬ ਦੇ ਅੱਗੇ ਬੇਨਤੀ ਕੀਤੀ ਹੈ ਕਿ ਮਹਾਰਾਜ ਕਿਰਪਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਜਦੋਂ 2 ਮੁਹੂਰਤ ਬੀਤੇ ਹੈ, ਮਹਾਰਾਜ ਕਹਿੰਦੇ ਭਾਈ ਬਾਲਿਆ ਚੱਲ ਭਾਈ ਮਰਦਾਨੇ ਨੂੰ ਲੈ ਕੇ ਆਉਣਾ ਹੈ। ਉਹਨੂੰ ਖੋਟੇ ਜੇ ਮੰਤਰਾਂ ਨਾਲ ਇੱਥੇ ਮੰਤਰ ਕਰਕੇ ਬੰਨਿਆ ਹੋਇਆ ਹੈ ਤੇ ਉਹਦਾ ਸਰੀਰ ਭੇਡੂ ਦਾ ਬਣਾ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਸ ਨੂੰ ਛਡਾ ਕੇ ਲਿਆਉਂਦੇ ਆ। ਉਹਨਾਂ ਭਾਈ ਮੰਤਰ ਕਰਨ ਵਾਲੀਆਂ ਇਸਤਰੀਆਂ ਨੂੰ ਵੀ ਉਪਦੇਸ਼ ਦਿੰਦੇ ਨੇ। ਆਓ ਪਿਆਰ ਸਤਿਕਾਰ ਨਾਲ ਕਥਾ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਰਹਰੀ ਛੰਦ ਭਨਹੀ ਬਚ ਬਾਲਾ, ਇਹੋ ਤਹਿ ਨਾਲਾ। ਭਾਈ ਬਾਲਾ ਜੀ ਭਨਹੀ ਬਚ ਬਾਲਾ। ਭਾਈ ਬਾਲਾ ਬਚਨ ਕਹਿੰਦੇ ਨੇ। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ, ਭਨਹੀ ਕਹਿੰਦੇ ਨੇ ਉਚਾਰਨਾ, ਇਹੋ ਤਹਿ ਨਾਲਾ, ਇਹ ਨਾਲ ਸੁਣੋ ਚਾਹੀਏ, ਸੁਣੋ ਕਿਰਪਾਲਾ। ਇਹ ਮਹਾਰਾਜ ਜੀ ਇਹ ਵੀ ਸੁਣ ਲਓ ਤੁਸੀਂ, ਹੇ ਕਿਰਪਾਲੂ ਸਤਿਗੁਰੂ ਜੀ। ਤਬ ਤੁਮ ਨਹਿ ਹਟ ਕਿਉ, ਮਨ ਨਹਿ ਅਟਕਿਓ। ਉਦੋਂ ਮਹਾਰਾਜ ਤੁਸੀਂ ਵੀ ਭਾਈ ਮਰਦਾਨੇ ਨੂੰ ਹਟਾਇਆ, ਪਰ ਉਹ ਨਹੀਂ ਹਟਿਆ ਹੈ। ਸਟ ਕਿਉ ਪੁਰ ਤਤ ਕਾਲਾ, ਉਹ ਛੇਤੀ ਹੀ ਨਗਰ ਦੇ ਵਿੱਚ ਚਲਿਆ ਗਿਆ। ਕੋ ਚਿਰ ਦੁੱਖ ਦੀਜੈ, ਮੋਖ ਨ ਕੀਜੈ। ਕਹਿੰਦਾ ਮਹਾਰਾਜ ਹੁਣ ਥੋੜਾ ਜਿਹਾ ਸਮਾਂ ਉਹਨੂੰ ਵੀ ਦੁੱਖ ਝੱਲ ਲੈਣ ਦਿਓ, ਹੁਣ ਨਾ ਉਥੋਂ ਅਜੇ ਤੁਸੀਂ ਛਡਵਾਓ। ਜਾਣੈ ਕਬ ਮਨ ਮਾਹੇ, ਤਾਂ ਕਿ ਉਹ ਵੀ ਆਪਣੇ ਮਨ ਵਿੱਚ ਜਾਣ ਲਵੇ ਤੁਹਾਡਾ ਰੋਕਿਆ ਹੋਇਆ ਰੁਕਦਾ ਨਹੀਂ। ਬਹੁਰ ਨ ਬਚ ਹੋ ਰਹਿ, ਕਹੋ ਸੋ ਲੋ ਰਹਿ। ਨਾਲੇ ਮਹਾਰਾਜ ਜੀ ਮੁੜ ਕੇ ਉਹ ਕਹੇਗਾ ਨਹੀਂ, ਬਹੁਰ ਨਾ ਬਚ ਹੋ ਰਹਿ। ਕਹਿੰਦੇ ਮਹਾਰਾਜ ਫਿਰ ਮੁੜ ਕੇ ਤੁਹਾਡਾ ਬਚਨ ਨਹੀਂ ਮੋੜੇਗਾ। ਕਹੋ ਸੋ ਲੋ ਰਹਿ, ਫੇਰ ਨਹੀਂ ਉਹ ਮੁੜ ਕੇ ਕਹੇਗਾ ਮੈਂ ਜਾਣਾ ਹੈ, ਮੈਨੂੰ ਭੁੱਖ ਲੱਗੀ ਹੈ। ਇਸ ਤਰ੍ਹਾਂ ਨਹੀਂ ਕਹੇਗਾ। ਆਏ ਸੇ ਮੁਖੀ ਤਾਹੇ, ਤੇ ਮਹਾਰਾਜ ਜੀ ਉਹਨੂੰ ਵੀ ਸੇ ਮੁਖੀ, ਭਾਈ ਮਰਦਾਨੇ ਨੂੰ ਵੀ ਸ੍ਰੇਸ਼ਟ ਬੁੱਧ, ਚੰਗੀ ਮੱਤ ਆ ਜਾਵੇਗੀ। ਸੁਣੀਏ ਸਰੋਤ ਬਾਲਾ, ਬੁੱਧ ਵਿਸਾਲਾ। ਸਾਨੂੰ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ, ਹੇ ਭਾਈ ਬਾਲਿਆ, ਬੁੱਧ ਵਿਸਾਲਾ, ਵੱਡੀ ਬੁੱਧੀ ਵਾਲੇ ਸਿਆਣੇ ਪੁਰਸ਼ਾ, ਕੰਨੀ ਮੇਰੀ ਬਾਤ ਸੁਣ। ਸੰਗ ਲਏ ਕੀ ਲਾਜ। ਮਹਾਰਾਜ ਕਹਿੰਦੇ ਉਹ ਆਪਾਂ ਨਾਲ ਲੈ ਕੇ ਚੱਲੇ ਆ ਉਸਨੂੰ, ਤੇ ਨਾਲ ਲਏ ਦੀ ਇਹ ਲਾਜ ਹੈ। ਬਹੁ ਭੂਖ ਸੁਭਾਉ, ਧੀਰ ਨਸਾਉ। ਇਹ ਠੀਕ ਹੈ ਵੀ ਉਹਦਾ ਜਿਹੜਾ ਸੁਭਾਅ ਹੈ ਨਾ, ਬਹੁਤੀ ਭੁੱਖ ਦੇ ਸਮੇਂ ਉਹਦਾ ਸੁਭਾਅ ਹੈ, ਉਹਦਾ ਧੀਰਜ ਨਸਾਉ, ਨਸ ਜਾਂਦਾ ਹੈ। ਜਦੋਂ ਉਹਨੂੰ ਬਹੁਤੀ ਭੁੱਖ ਲੱਗਦੀ ਹੈ, ਉਹਦਾ ਸੁਭਾਅ ਐਸਾ ਹੀ ਹੈ, ਫਿਰ ਉਹ ਰੁਕ ਨਹੀਂ ਸਕਦਾ ਹੈ। ਪੁਨ ਤਹਿ ਸੋ ਹਮ ਕਾਜ। ਫਿਰ ਭਾਈ ਬਾਲਿਆ ਉਹਦੇ ਨਾਲ ਸਾਨੂੰ ਅਜੇ ਕੰਮ ਵੀ ਨੇ। ਮਹਾਰਾਜ ਨੇ ਦੇਖੋ ਭਾਈ ਮਰਦਾਨਾ ਜੀ ਦੇ ਰਾਹੀਂ ਕਿੰਨਿਆਂ ਦਾ ਭਲਾ ਕਰਨਾ। ਫਿਰ ਮਹਾਰਾਜ ਕਹਿੰਦੇ ਉਹਦੇ ਨਾਲ ਸਾਨੂੰ ਕੰਮ ਹਨ। ਸਿਮਰਨ ਮਮ ਕਰਤਾ, ਅਬ ਉਰ ਡਰਤਾ। ਹੁਣ ਉਹ ਸਾਨੂੰ ਯਾਦ ਕਰ ਰਿਹਾ
ਤੇ ਆਪਣੇ ਮਨ ਹਿਰਦੇ ਤੋਂ ਡਰਦਾ ਹੈ। ਚੱਲੋ ਛੁਡਾਵਹਿ ਤਾਸ, ਚੱਲ ਭਾਈ ਮਰਦਾਨਿਆ ਉਸਨੂੰ ਛੁਡਵਾਈਏ। ਇਉਂ ਕਹਿ ਗੁਰ ਪੂਰਨ ਗਵਨੇ ਤੂਰਨ। ਇਸ ਤਰ੍ਹਾਂ ਕਹਿ ਕੇ ਪੂਰਨ ਸਤਿਗੁਰੂ ਜੀ ਤੁਰ ਪਏ ਤੁਰੰਤ। ਦੁੱਖ ਭੰਜਨ ਨਿਜ ਦਾਸ, ਆਪਣਿਆਂ ਸੇਵਕਾਂ ਦੇ ਦੁੱਖਾਂ ਦਾ ਨਾਸ਼ ਕਰਨ ਵਾਲੇ। ਕਬਿਤ ਬਾਲਾ ਲੀਨੋ ਸੰਗ ਅਰਬਿੰਦ ਲੈ ਗਏ ਤਹਾਂ। ਭਾਈ ਬਾਲੇ ਨੂੰ ਨਾਲ ਲੈ ਕੇ ਗਰੀਬ ਨਵਾਜ ਪਾਤਸ਼ਾਹ ਅਰਬਿੰਦ ਕੀਏ ਕਬਲਾਂ ਵਰਗੇ ਨੇਤਰ ਵਾਲੇ ਸਤਿਗੁਰੂ ਜੀ ਲੈ ਕੇ ਉੱਥੇ ਗਏ। ਏਂਡ ਕੋ ਰੂਪ ਮਰਦਾਨਾ ਜਹਾਂ ਬੈਸਿਆ, ਜਿੱਥੇ ਭਾਈ ਮਰਦਾਨਾ ਮੇਢੇ ਦਾ ਭੇਡੂ ਦਾ ਰੂਪ ਬਣਿਆ ਬੈਠਾ ਹੈ। ਹੇਰ ਕਾਰ ਦੂਰ ਹੀ ਤੇ ਭੂਰ ਹਰ ਖਾਏ ਉੱਠਿਓ। ਦੂਰੋਂ ਹੀ ਦੇਖਿਆ ਮਹਾਰਾਜ ਨੂੰ। ਜਦੋਂ ਦੇਖ ਕੇ ਭੂਰ ਬਹੁਤ ਜ਼ਿਆਦਾ ਖੁਸ਼ ਹੋ ਕੇ ਉੱਠਿਆ ਹੈ। ਨਾਸਾਂ ਫੁਰਕਾਏ ਖੁਰ ਅਵਨੀ ਹਨੇਸਿਆ, ਤੇ ਹੁਣ ਉਹ ਬੋਲ ਤਾਂ ਸਕਦਾ ਨਹੀਂ ਮਨੁੱਖੀ ਬੋਲੀ। ਨਾਸਾਂ ਫੁਰਕਾਉਂਦਾ, ਫਰਾਟੇ ਜੇ ਮਾਰਦਾ, ਤੇ ਖੁਰ ਅਵਨੀ ਹਨੇਸਿਆ, ਧਰਤੀ ਦੇ ਵਿੱਚ ਮਾਰਦਾ ਜ਼ੋਰ ਜ਼ੋਰ ਨਾਲ। ਜਿਵੇਂ ਧਰਤੀ ਹਨੇਸਿਆ ਕੀ ਹਨਦਾ ਵਾ, ਭਾਵ ਜ਼ੋਰ ਨਾਲ ਖੁਰ ਮਾਰਨਾ। ਭਇਆ ਭਇਆ ਭਨੈ ਮੁਖ ਔਰ ਨਾ ਚੱਲੈ ਹੈ ਬਸ। ਸੰਤ ਰੇਣ ਜੀ ਕਹਿੰਦੇ ਭਾਈ ਮਰਦਾਨਾ ਮੁੱਖੋਂ ਭਿਆਂ ਭਿਆਂ ਦੀ ਮੈਂ ਦੀ ਆਵਾਜ਼ ਜੀ ਤੇ ਕਰਦਾ, ਹੋਰ ਕੋਈ ਉਹਦਾ ਬਸ ਨਹੀਂ ਚੱਲਦਾ। ਦੇਖ ਦ੍ਰਿਗ ਬਿਕ ਸਤ ਬਦਨ ਕਉ ਸੇਸਿਆ, ਤੇ ਅੱਖਾਂ ਨਾਲ ਵੇਖ ਕੇ ਗਰੀਬ ਨਵਾਜ ਪਾਤਸ਼ਾਹ ਜੀ ਹੱਸਦੇ ਆ। ਜਦੋਂ ਅੱਖਾਂ ਨਾਲ ਵੇਖਿਆ ਮਹਾਰਾਜ ਹੱਸਦੇ। ਬਦਨ ਕਉ ਸੇਸਿਆ, ਜਦੋਂ ਮੂੰਹ ਨੂੰ ਵਿਸ਼ੇਸ਼ ਕਰਕੇ ਭਾਈ ਮਰਦਾਨੇ ਦੇ ਵੇਖਿਆ ਹੈ। ਗਏ ਤਿਸ ਆਲੈ ਦਿਆਲਦਾਰ ਠਾਡੇ ਭਏ, ਉਸ ਘਰ ਵਿੱਚ ਗੁਰੂ ਗਰੀਬ ਨਵਾਜ ਦਿਆਲੂ ਸਤਿਗੁਰੂ ਜੀ ਦਰ ਤੇ ਖੜੇ ਹੋ ਗਏ। ਭਏ ਨਿਮਲ ਸਰੀਰ ਚੀਰ ਸਜੈ ਸੁਭ ਬੇਸਿਆ। ਨਿਮਲ ਨਾਮ ਹੈ ਸੋਹਣਾ ਚੰਗਾ ਸਰੀਰ। ਇਉਂ ਪੂਰੇ ਉੱਥੇ ਭਏ ਨਿਮਲ ਸਰੀਰ ਚੀਰ ਸਜੈ ਸੁਭ ਬੇਸਿਆ। ਤੇ ਅੱਗੇ ਜਿਹੜੇ ਹੈ ਚੀਰ, ਇੱਥੇ ਚੀਰ ਦਾ ਅਰਥ ਬਸਤਰ ਹੈ। ਸੋਹਣੇ ਬਸਤਰ ਮਹਾਰਾਜ ਦੇ ਸੁਭ ਜਿਹੜੇ ਆ ਬੇਸ ਗਰੀਬ ਨਵਾਜ ਪਾਤਸ਼ਾਹ ਦਾ ਹੈ। ਕਾਮਨੀ ਜੇ ਕਾਮਰਤ ਭੋਗ ਅਬਲਾਖਾ ਔਰ, ਅੱਗੋਂ ਜਿਹੜੀਆਂ ਇਸਤਰੀਆਂ ਨੇ ਕਾਮ ਵਿੱਚ ਰਤੀਆਂ ਹੋਈਆਂ, ਵਿਸ਼ੇ ਭੋਗ ਦੀ ਅਭਿਲਾਸ਼ਾ ਹਿਰਦੇ ਵਿੱਚ ਹੈ। ਹੇਰ ਕਾਰ ਧਾਮਦਾਰ ਚਾਮਲੀ ਅਪਾਰ ਹੀ। ਗੁਰੂ ਸਾਹਿਬ ਨੂੰ ਜਦੋਂ ਵੇਖਿਆ ਨਾ ਆਪਣੇ ਦਰਵਾਜ਼ੇ ਦੇ ਅੱਗੇ ਖੜੇ ਹੋਏ, ਤਾਂ ਉਸ ਸਮੇਂ ਫਿਰ ਧਾਮਦਾਰ ਚਾਮਲੀ ਅਪਾਰ ਹੀ, ਤੇ ਉਹ ਵਿਸ਼ੇ ਵਿਕਾਰਾਂ ਵਿੱਚ ਜਿਹੜੀਆਂ ਹਨ ਚੰਦਰਕਾਂਤ ਮਣੀ ਵਰਗੀਆਂ, ਚਾਮਲੀ ਅਪਾਰ ਹੀ, ਐਸੀਆਂ ਬੇਅੰਤ ਹੀ, ਬਹੁਤ ਜ਼ਿਆਦੇ ਭਾਵ ਮਨ ਵਿੱਚ ਚਾਅ ਜਿਹਾ ਹੋਇਆ ਹੈ। ਹੋਤੀ ਚਾਰ ਬੈਠੀ ਤਾਹਾਂ ਤੋਏ ਉੱਠ ਦੌੜ ਆਈ, ਤੇ ਉਹ ਜਦੋਂ ਚਾਰੇ ਬੈਠੀਆਂ ਉਹਨਾਂ ਚੋਂ ਫੇਰ ਭੱਜ ਕੇ ਦੌੜ ਕੇ ਕਾਈ ਹੈ। ਤੰਤ ਲੀਏ ਹਾਥ ਮੰਤ ਮੁਖ ਤੇ ਉਚਾਰਹੀ, ਤੇ ਉਹ ਤੰਤਰਕ ਤਾਗਾ ਜਿਹੜਾ ਹੱਥ ਵਿੱਚ ਲਿਆ ਹੋਇਆ ਤੇ ਮੁਖ ਤੋਂ ਮੰਤਰ ਪੜ੍ਹਦੀ ਆਉਂਦੀ ਹੈ। ਲੋਚਨ ਨਚਾਏ ਹਾਓ ਭਾਓ ਦਿਖ ਰਾਏ ਕਰ, ਫਿਰ ਅੱਖਾਂ ਨੂੰ ਘੁਮਾਉਂਦੀ ਹੈ, ਨਚਾਉਂਦੀ ਹੈ, ਅੱਖਾਂ ਲਲਚਾਉਂਦੀ, ਤੇ ਮੁਖ ਦੇ ਹਾਵ ਭਾਵ ਕਰਕੇ ਦਿਖਾਉਂਦੀ। ਮੁਖ ਮੁਸਕਾਏ ਔਰ ਹਰਖ ਸੁਧਾਰਹੀ, ਮੁਖੋਂ ਹੱਸਦੀ ਹੈ ਤੇ ਹਿਰਦੇ ਮਨ ਵਿੱਚ ਬਹੁਤ ਖੁਸ਼ੀ ਧਾਰਦੀ ਹੈ। ਬਾਲਾਗਰ ਤੰਤ ਜਬ ਡਾਰਨ ਲੱਗੀ ਹੈ ਇੱਕ, ਤੇ ਉਹ ਭੱਜ ਕੇ ਇੱਕ ਜਾਣੀ ਭਾਈ ਬਾਲੇ ਦੇ ਗਲ ਵਿੱਚ ਤਾਗਾ ਪਾਉਣ ਲੱਗੀ। ਭਈ ਤਤਕਾਲ ਮੀਢੀ ਕੁਲਟਾ ਕੁਨਾਰਹੀ,
ਤਾਂ ਸਤਿਗੁਰੂ ਨੇ ਐਸੀ ਦ੍ਰਿਸ਼ਟੀ ਕੀਤੀ ਇੱਕਦਮ ਮੇਢੀ, ਉਹਦਾ ਵੀ ਭੇਡ ਬਣ ਗਈ ਉਸੇ ਸਮੇਂ ਉਲਟਾ। ਜਿਹੜੀ ਖੋਟੀ ਇਸਤਰੀ ਸੀ ਸਵਈਆ, ਦੂਸਰੀ ਦੌੜ ਗਈ ਤਿਸ ਸ੍ਰੀ ਗੁਰ, ਤੇ ਦੂਜੀ ਦੌੜ ਕੇ ਗਈ ਹੈ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਵੱਲ ਨੂੰ। ਸੋ ਉਕਸੀ ਤੰਤ ਪਾਵਨ ਹੇਤੂ, ਉਹ ਵੀ ਪੂਰੀ ਕੁਸਾਈ ਕਿ ਮੈਂ ਇਹਨਾਂ ਦੇ ਤੰਤ ਪਾ ਲਵਾਂ, ਤਾਗਾ ਪਾ ਲਵਾਂ। ਹੋਏ ਗਈ ਸ਼ਰਮਾ ਤਨ ਤੂਰਨ, ਉਸੇ ਸਮੇਂ ਹੀ ਜਿਹੜੀ ਹੈ ਸ਼ਰਮਾ, ਉਹ ਖੋਟ ਵਾਲੀ ਜਿਹੜੀ ਇਸਤਰੀ ਸੀ, ਸ਼ਰਮਸ਼ਾਰ ਹੋ ਗਈ ਤੁਰੰਤ ਹੀ। ਪੂਰਨ ਕੀ ਅਵਗਿਆ ਦੁਖ ਦੇਤੂ, ਇਉਂ ਪੂਰਨ ਸਤਿਗੁਰੂ ਪਾਤਸ਼ਾਹ ਦੀ ਅਵਗਿਆ, ਜੇ ਕੋਈ ਗੁਰਮੁਖੋ ਵਗਿਆ ਕਰਦਾ ਹੈ ਨਾ, ਉਹ ਫਿਰ ਦੁੱਖ ਦੇਤੂ, ਅਵਗਿਆ ਹੀ ਦੁੱਖ ਦਿੰਦੀ ਹੈ। ਔਰ ਹੋਤੀ ਡਰ ਧਾਰ ਦੇ ਪਿਖ, ਜਿਹੜੀਆਂ ਦੂਜੀਆਂ ਸੀ ਉਹ ਹਿਰਦੇ ਵਿੱਚ ਬਹੁਤ ਡਰ ਧਾਰ ਕਰਕੇ ਵੇਖ ਕੇ ਭਾਜ ਬਰੀ ਤਤਕਾਲ ਨਕੇਤੂ, ਉਹ ਤੇ ਭੱਜ ਕੇ ਤੁਰੰਤ ਆਪਣੇ ਘਰ ਦੇ ਅੰਦਰ ਵੜ ਗਈਆਂ ਹਨ। ਸ਼ਲੋਕ ਕਹਿਓ ਤਬ ਸ੍ਰੀ ਮੁਖ ਸੋ, ਉਸ ਸਮੇਂ ਫਿਰ ਮਹਾਰਾਜ ਨੇ ਉੱਥੇ ਭਾਈ ਆਪਣੇ ਸੁਭਾਏਮਾਨ ਮੁਖ ਤੋਂ ਸ਼ਲੋਕ ਉਚਾਰਨ ਕੀਤਾ ਹੈ। ਮਰਦਾਨੇ ਕੋ ਦੇਖ ਕੇ ਮੇਖ ਕੇ ਸੇਤੂ, ਭਾਈ ਮਰਦਾਨੇ ਨੂੰ ਦੇਖ ਕੇ ਮੇਖ ਕੇ ਸੇਤੂ, ਮੇਖ ਦਾ ਭਾਵ ਹੈ ਜਿਵੇਂ ਛੇਤੀ ਦੇ ਨਾਲ ਇਉਂ ਮੁਕਤੀ ਦੇਣ ਦੇ ਵਾਸਤੇ। ਮੇਖ ਜਿਹੜਾ ਹੈ, ਜਾਂ ਇਹ ਕਹੀਏ ਵੀ ਜੋ ਭਾਈ ਮਰਦਾਨੇ ਨੂੰ ਭੇਡੂ ਬਣਾਇਆ ਹੋਇਆ ਸੀ, ਉਹ ਵੇਖ ਕਰਕੇ ਉਹਨੂੰ ਮੁਕਤੀ ਦੇਣ ਦੇ ਵਾਸਤੇ ਮੇਖ ਕੇ ਸੇਤੂ, ਉਸ ਤਰ੍ਹਾਂ ਉਹਨੂੰ ਬਣਾਇਆ ਭਾਈ ਮਰਦਾਨੇ ਦਾ। ਇਹ ਹਾਲ ਵੇਖ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਪਾਵਨ ਗੁਰਬਾਣੀ ਦੇ ਵਿੱਚ ਇੱਕ ਸ਼ਲੋਕ ਉਚਾਰਨ ਕੀਤਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਲੋਕ ਹੈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਕਿਰਪਾ ਕੀਤੀ ਜਦੋਂ ਭਾਈ ਮਰਦਾਨੇ ਦੇ ਤੰਤ ਪਾਇਆ ਹੈ, ਮੁਸੀਬਤਾਂ ਵਿੱਚ ਫਸਿਆ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਹ ਕਿਰਪਾ ਕੀਤੀ। ਇਸ ਤਰ੍ਹਾਂ ਦੇ ਜਿਹੜੇ ਹਨ ਪ੍ਰਸੰਗ ਆਉਂਦੇ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਹੱਸੇ ਹਨ। ਭਾਈ ਬਾਲੇ ਨੇ ਪੁੱਛਿਆ, ਮਹਾਰਾਜ ਹੱਸਦੇ ਕਿਉਂ? ਮਹਾਰਾਜ ਕਹਿੰਦੇ, ਸਾਡਾ ਕੀਰਤਨ ਸੁਣਾਉਂਦਾ ਸਾਨੂੰ, ਅੱਜ ਮੇਢਾ ਬਣ ਗਿਆ, ਉਹਨੂੰ ਛੁਡਾ ਕੇ ਲਿਆਉਣਾ ਹੈ। ਤੇ ਸਤਿਗੁਰੂ ਮਹਾਰਾਜ ਜਦੋਂ ਗੁਰਮੁਖੋਂ ਆਏ, ਐਸੀਆਂ ਵੀ ਸਾਖੀਆਂ ਹਨ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖੀਆਂ ਵੀ ਇੱਕ ਔਰਤ ਸੀ ਖੂਹ ਤੋਂ ਪਾਣੀ ਦਾ ਘੜਾ ਭਰ ਕੇ ਲਿਆਉਂਦੀ। ਉਹ ਗੁਰੂ ਮਹਾਰਾਜ ਦੇ ਹੌਲੀ ਇੱਕ ਦਿਨੇ ਤੰਤ ਗਲ ਵਿੱਚ ਪਾਉਣ ਲੱਗੀ, ਉਹ ਸੂਰੀ ਬਣ ਗਈ। ਭਾਈ ਬਾਲਾ ਉਹਦੇ ਤੰਤ ਪਾਉਣ ਲੱਗੀ, ਉਹ ਕੁੱਤੀ ਬਣ ਗਈ। ਇਸ ਤਰ੍ਹਾਂ ਲਿਖਿਆ। ਤੇ ਘੜੇ ਵਾਲੀ ਆਈ, ਉੱਥੇ ਮਹਾਰਾਜ ਨੇ ਬਚਨ ਕੀਤਾ ਸੀ, ਕੱਲਰ ਕੀਆ ਬਣਜਾਰੀਆਂ ਝੂੰਗੇ ਮੁਸਕ ਮੰਗੇ ਨੇ, ਇਤਿਹਾਸਕ ਹੀ ਪ੍ਰਮਾਣ ਹੈ ਇਹ। ਅਮਲਾ ਬਾਝੋ ਨਾਨਕਾ ਕਿਉਂ ਕਰ ਕੰਤ ਮਲੇਨ, ਇਹ ਬਚਨ ਜਨਮ ਸਾਖੀ 'ਚ ਲਿਖੇ ਹੋਏ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਜਦੋਂ ਕੀਤਾ, ਘੜਾ ਉਹਦੇ ਸਿਰ ਤੇ ਹੀ ਜੁੜ ਗਿਆ। ਬੜੇ ਮੰਤਰ ਪੜ੍ਹੇ। ਫਿਰ ਇੱਥੇ ਨੂਰ ਸ਼ਾਹ ਸੀ, ਉਹ ਵੱਡੀ ਸੀ ਜਾਦੂਗਰ, ਉਹਦੀ ਚੇਲੀ, ਉਹ ਤ੍ਰਿਆ ਰਾਜ ਜਿੱਥੇ ਰਾਜ ਕਰਦੀ। ਬੜੇ ਤੰਤਰ ਮੰਤਰ ਪੜ੍ਹੇ ਪਰ ਘੜਾ ਨਾ ਉਤਰਿਆ। ਜਿਵੇਂ ਧਰਤੀ 'ਚ ਪਹਾੜ ਗੱਡਿਆ ਹੁੰਦਾ, ਇਸ ਤਰ੍ਹਾਂ ਪਾਣੀ ਦਾ ਘੜਾ ਪੱਥਰ ਵਾਂਗੂ ਜੁੜ ਗਿਆ ਸਿਰ ਤੇ। ਹੁਣ ਉਹ ਘੜਾ ਨਾ ਉੱਪਰ ਹੋਵੇ, ਨਾ ਥੱਲੇ, ਨਾ ਪਾਣੀ ਡੁੱਲੇ। ਬੜੀ ਦੁਖੀ ਹੋਈ। ਫਿਰ ਸੋਚਣ ਲੱਗੀ, ਮੈਂ ਇਹ ਫਕੀਰ ਦੀ ਵੱਗਿਆ ਕੀਤੀ, ਮੈਂ ਇੱਕ ਮਹਾਤਮਾ ਨੂੰ ਮੇਢਾ ਬਣਾਇਆ ਹੋਇਆ, ਨਰਾਦਰੀ ਕੀਤੀ, ਭੁੱਲ ਬਖਸ਼ਾਈ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਗੁਰਮੁਖੋਂ ਫਿਰ ਇਹ ਸ਼ਬਦ ਉਚਾਰਨ ਕੀਤਾ। ਭਾਵੇਂ ਉਹ ਤਾਂ ਇਹ ਸੀ ਕਿ ਸਾਡੇ ਤੇ ਉਹਨਾਂ ਨੂੰ ਸੋਚਿਆ ਲੱਗਿਆ ਕੋਈ ਜੰਤਰ ਮੰਤਰ ਪੜ੍ਹਨ ਲੱਗੇ,
ਨੂਰ ਸ਼ਾਹ ਨੇ ਹਾਰ ਮੰਨੀ, ਕਹਿੰਦੀ ਮਹਾਰਾਜ ਕਿਰਪਾ ਕਰਕੇ ਆ ਘੜਾ ਉਤਾਰ ਦਿਓ, ਆ ਜਿਹੜੇ ਸੂਰੀ ਕੁੱਤੀ ਬਣੀਆਂ ਹੋਈਆਂ ਇਹਨਾਂ ਤੇ ਵੀ ਕਿਰਪਾ ਕਰੋ। ਮਹਾਰਾਜ ਨੇ ਵਾਹਿਗੁਰੂ ਮੰਤਰ ਉਪਦੇਸ਼ ਉਚਾਰਿਆ, ਘੜਾ ਵੀ ਸਿਰ ਤੋਂ ਲਾਤਾ। ਫਿਰ ਉਹਨਾਂ ਨੇ ਭਾਈ ਮਰਦਾਨੇ ਤੋਂ ਵੀ ਭੁੱਲ ਮੰਗੀ ਤੇ ਗੁਰੂ ਸਾਹਿਬ ਨੇ ਉਹਨਾਂ ਜਿਹੜੀਆਂ ਮੰਤਰ ਟੂਣੇ ਕਰਨ ਵਾਲੀਆਂ ਸੀ ਉਹਨਾਂ ਨੂੰ ਵੀ ਮਨੁੱਖਾ ਦੇਹ ਬਖਸ਼। ਇਹਦਾ ਇੱਕ ਸੰਕੇਤ ਵੀ ਹੈ ਕਿ ਗੁਰਮੁਖੋ ਜਿਹੜੀਆਂ ਟੂਣੇ ਜੇ ਕਰਦੀਆਂ ਫਿਰਦੀਆਂ, ਅਗਲਾ ਜਨਮ ਭੇਡ, ਕੁੱਤੀ ਤੇ ਸੂਰੀ ਦਾ, ਇਹ ਗਰੰਟੀ ਹੈ। ਕਿਉਂਕਿ ਕੋਈ ਮੈਂ ਨਹੀਂ ਕਹਿੰਦਾ, ਇਤਿਹਾਸ ਦੇ ਪ੍ਰਮਾਣ ਹੈ। ਆ ਕਈ ਵਾਰ ਹੁੰਦਾ ਨਾ ਫਲਾਨੀ ਜਗ੍ਹਾ ਕੋਈ ਐਂ ਕਰ ਗਏ, ਉੱਥੇ ਕੋਈ ਟੂਣਾ ਕਰ ਗਏ, ਬਸ ਕੋਈ ਨਹੀਂ, ਬਾਹਲਾ ਲੰਮਾ ਸਮਾਂ ਨਹੀਂ, ਇੱਥੇ ਹੀ ਕੁੱਤੀ, ਸੂਰੀ ਤੇ ਭੇਡ ਬਣੂ। ਜਿਹੜਾ ਕੋਈ ਪੁਰਸ਼ ਟੂਣੇ ਕਰਦਾ ਉਹ ਕੁੱਤਾ, ਸੂਰ ਤੇ ਭੇਡੂ ਬਣੂਗਾ। ਇਹ ਇਤਿਹਾਸ ਦੇ ਪ੍ਰਮਾਣ ਕੋਈ ਐਵੇਂ ਨਹੀਂ, ਕੱਲੀਆਂ ਪਿੱਛੇ ਹੋਈਆਂ ਗੱਲਾਂ ਆਪਾਂ ਕੀ ਪਹਿਲਾਂ ਹੋ ਗਈਆਂ ਜੀ ਬਸ ਹੋ ਗਈਆਂ ਨਹੀਂ, ਇਹ ਹੁਣ ਵੀ ਉਵੇਂ ਵਰਤਦੀਆਂ ਨੇ ਗੁਰੂ ਪਾਤਸ਼ਾਹ ਮਹਾਰਾਜ। ਇਹ ਵਰਤਾਰੇ ਸਤਿਗੁਰੂ ਜੀ ਉਵੇਂ ਵਰਤਾ ਰਹੇ ਆ। ਇਹ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਉਹਨਾਂ ਨੂੰ ਕਿਹਾ ਕਿ ਇਹ ਤੰਤਰਾਂ ਮੰਤਰਾਂ ਨਾਲ ਨਹੀਂ ਕਿਸੇ ਨੂੰ ਵਸ ਕਰਨਾ, ਖੋਟੇ ਕਰਮ ਛੱਡੋ, ਇਹ ਅੰਮ੍ਰਿਤਮਈ ਬਾਣੀ ਨਾਲ ਵਸ ਕਰਨਾ ਤਾਂ ਬ੍ਰਹਮ ਦੇ ਨਾਲ ਜੁੜੋ। ਭਗਤ ਬਣ ਕੇ ਜਿਵੇਂ ਭਗਤ ਵਸ ਕਰ ਲੈਂਦੇ ਆ, ਆਪਣੇ ਗੁਨਾਹਾਂ ਦੀ ਮਾਫੀ ਮੰਗੋ, ਫਿਰ ਗੁਰੂ ਪਰਮੇਸ਼ਰ ਗੁਰਮੁਖੋ ਚੰਗਿਆਈਆਂ ਭਰ ਦਿੰਦਾ ਹੈ। ਉੱਥੇ ਫਿਰ ਮਹਾਰਾਜ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸ਼ਲੋਕ, ਇਹ ਸ਼ਲੋਕ ਹੈ ਮਹੱਲਾ ਪਹਿਲਾ, ਗੁਰਬਾਣੀ ਵਿੱਚ ਇਹਦਾ ਸਿਰਲੇਖ ਮਹੱਲਾ ਪਹਿਲਾ। ਗੁਰੂ ਮਹਾਰਾਜ ਉਪਦੇਸ਼ ਦਿੰਦੇ ਹਨ, ਗੱਲੀ ਅਸੀਂ ਚੰਗੀਆ, ਆਚਾਰੀ ਬੁਰੀਆ। ਮਹਾਰਾਜ ਇਹ ਉਪਦੇਸ਼ ਦਿੰਦੇ, ਭਾਈ ਜੇ ਜੀਵਨ ਬਣਾਉਣਾ ਤਾਂ ਆਚਰਣ ਸ਼ੁਭ ਬਣਾਓ ਆਪਣਾ, ਪਰ ਇੱਥੇ ਕੀ ਹੈ, ਗੱਲੀ ਬਾਤੀ ਅਸੀਂ ਚੰਗੀਆਂ ਬਣੀਆਂ ਹੋਈਆਂ। ਗੁਰੂ ਸਾਹਿਬ ਕਹਿੰਦੇ ਬਹੁਤ ਗੱਲਾਂ ਨਾਲ ਤਾਂ ਸਾਰੇ ਹੀ ਚੰਗੇ, ਜਿਹਦੇ ਕੋਲੇ ਮਰਜ਼ੀ ਬਹਿ ਜਾਓ ਗੱਲਾਂ ਸੁਣ ਲਓ, ਉਹ ਕਹਿੰਦਾ ਮੇਰੇ ਵਰਗਾ ਕੋਈ ਨਹੀਂ। ਗੱਲੀ ਅਸੀਂ ਚੰਗੀ ਆ, ਆਚਾਰੀ ਬੁਰੀਆ, ਪਰ ਗੱਲ ਤਾਂ ਆਚਰਣ ਦੀ ਹੈ ਨਾ, ਕਰਤੱਵ ਦੀ ਹੈ, ਇਹ ਬੁਰੇ ਹੈ, ਖੋਟ ਦ੍ਰਿਸ਼ਟੀ ਹੈ ਸਾਡੀ। ਇਸ ਕਰਕੇ ਆਚਰਣ ਕਰਕੇ ਮਾੜੀਆਂ ਹਾਂ, ਮਨਹੁ ਕੁਸੁੱਧਾ ਕਾਲੀਆ, ਬਾਹਰ ਚਟਵੀਆ। ਮਹਾਰਾਜ ਹੁਣ ਉਹਨਾਂ ਦਾ ਅੰਦਰ ਦੇਖੋ, ਸ਼ੀਸ਼ਾ ਜਿਵੇਂ ਆਪਣਾ ਮੂੰਹ ਦਿਖਾ ਦਿੰਦਾ ਹੈ ਨਾ, ਗੁਰੂ ਗੁਰਮੁਖੋ ਸਾਡਾ ਅੰਦਰ ਦਾ ਸਾਰਾ ਨਕਸ਼ਾ ਬੰਦੇ ਦੇ ਮੂਹਰੇ ਰੱਖ ਦਿੰਦਾ ਕਿ ਤੂੰ ਅੰਦਰੋਂ ਕਹੇ ਜਾ। ਤੇ ਆ ਕਈ ਜਗ੍ਹਾ ਨਾ ਸ਼ਹਿਰਾਂ ਦੇ ਵਿੱਚ ਬੜੇ ਬੜੇ ਕੀਰਤਨ ਦੀਵਾਨ ਹੁੰਦੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀਰਤਨ ਹੋਈ ਜਾਂਦਾ, ਤੇ ਕਥਾਵਾਚਕ ਨਹੀਂ ਸੱਦਦੇ ਉਹ ਕਹਿੰਦੇ ਜੀ ਇਹ ਕੀਰਤਨ ਤੇ ਸਿਰ ਮਾਰੀ ਜਾਂਦਾ, ਉਹ ਸੰਗੀਤ ਨੇ। ਕੀਰਤਨ ਕੋਈ ਮਾੜੀ ਗੱਲ ਨਹੀਂ, ਭਾਵ ਕੀ ਹੈ, ਕਥਾ ਦੇ ਉੱਥੇ ਕਿਉਂ ਨਹੀਂ ਸੁਣਦੇ, ਕਿਉਂਕਿ ਕਥਾ ਨਾਲ ਨਾ ਜਦੋਂ ਕਥਾ ਹੋਣੀ ਹੈ ਉਦੋਂ ਸਾਰਾ ਅੰਦਰਲਾ ਰੂਪ ਮੂਹਰੇ ਆ ਜਾਣਾ ਕਿ ਬੰਦਿਆ ਤੂੰ ਕੀ ਚੀਜ਼ ਹੈ, ਅੰਦਰੋਂ ਕਰਦਾ ਤੂੰ ਕੀ ਹੈ। ਹੁਣ ਇਹ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਦਾ ਕੀਰਤਨ ਸੁਣਨ ਨੂੰ ਤਾਂ ਬਹੁਤ ਆਨੰਦ ਆਊ ਨਾ, ਤੇ ਜੇ ਇਸ ਦੀ ਕਥਾ ਸੁਣਨ ਵੇ ਜੋ ਅੱਧੇ ਦੁਖੀ ਹੋ ਜਾਂਦੇ। ਇਹ ਜੀ ਗੱਲਾਂ ਨਾ ਕਹੋ। ਅੱਜ ਦਾ ਮਨੁੱਖ ਇਹ ਹੋ ਗਿਆ, ਉਹ ਕਹਿੰਦਾ ਮੈਨੂੰ ਟੋਕ ਨਾ, ਬਸ ਗੁਰਬਾਣੀ ਗੁਰਮੁਖੋ ਜੋ ਕੁਝ ਅਸੀਂ ਕਰਦੇ ਹਾਂ ਟੋਕਦੀ ਆ ਸਾਨੂੰ, ਇਹ ਆ ਕੰਮ ਠੀਕ ਨਹੀਂ। ਉਹਨਾਂ ਦਾ ਹੁਣ ਅੰਦਰ ਦਾ ਸਾਰਾ ਰੂਪ ਮਹਾਰਾਜ ਉਹਨਾਂ ਦੇ ਸਾਹਮਣੇ ਦੱਸ ਰਹੇ ਆ। ਮਨਹੁ ਕੁਸੁੱਧਾ ਕਾਲੀਆ, ਬਾਹਰ ਚਟਵੀਆ। ਮਨ ਕਰਕੇ ਪੂਰੇ ਕੁਸ਼ੁੱਧ ਹੈ, ਆਪਵਿੱਤਰ ਹਾਂ, ਕਾਲੇ ਹੋਏ ਪਏ ਆ, ਪਾਪਾਂ ਨਾਲ ਕਾਲੇ ਬਣ ਗਏ, ਬਾਹਰ ਚਟਵੀਆ, ਤੇ ਬਾਹਰੋਂ ਐ ਚਿੱਟੇ ਬਣ ਕੇ ਬੈਠਦੇ ਆ। ਸਰੀਰ ਚੰਗਾ ਸਾਫ਼ ਵਸਤਰ ਚਿੱਟੇ ਪਾ ਕੇ ਤੇ ਅੰਦਰਲਾ ਕਾਲਾਪਨ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ। ਰੀਸਾ ਕਰਹਿ ਤੇ ਨਾੜੀਆ,
ਜੋ ਸੇਵਹਿ ਦਰ ਖੜੀਆ। ਤੇ ਰੀਸਾਂ ਉਹਨਾਂ ਦੀਆਂ ਕਰਦੇ ਹੋ ਜਿਹੜੀਆਂ ਅਸਲ ਪਤੀ ਵਰਤਾ ਧਰਮ ਇਸਤਰੀ, ਜਿਹੜੀ ਭਾਈ ਆਪਣੇ ਪਤੀ ਦੇ ਦਰ ਤੇ ਖੜ ਕੇ ਭਾਵ ਹਾਜ਼ਰ ਹੋ ਕੇ ਟਹਿਲ ਸੇਵਾ ਵਿੱਚ ਸਾਵਧਾਨ ਰਹਿੰਦੀ। ਭਾਵ ਕੀ ਜੋ ਪਰਮੇਸ਼ਰ ਵਾਹਿਗੁਰੂ ਪਤੀ ਹੈ ਉਹਦੇ ਸੁਹਾਗਣ ਗੁਰਮੁਖ ਬਣ ਕੇ ਹਮੇਸ਼ਾ ਹੀ ਸਾਵਧਾਨਤਾ ਵਿੱਚ ਹਰ ਸਵਾਸ ਸਾਵਧਾਨ ਰਹਿੰਦੇ ਹੈ, ਕਿਤੇ ਬਿਰਥਾ ਨਾ ਚਲਿਆ ਜਾਵੇ। ਹਰ ਕਦਮ ਸਾਵਧਾਨਤਾ ਹੈ ਕਿ ਉਹਦੇ ਰਜਾ ਦੇ ਉਲਟ ਨਾ ਕਦਮ ਪੁੱਟਿਆ ਜਾਵੇ। ਰੀਸਾਂ ਉਹਨਾਂ ਦੀਆਂ ਕਰਦੀਆਂ ਨੇ। ਇਸ ਤਰ੍ਹਾਂ ਦਾ ਹਾਲ ਹੋ ਜਾਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੁਣ ਇਹ ਸਾਖੀਆਂ ਵੀ ਕੋਈ ਪਤੀਵਰਤਾ ਇਸਤਰੀ ਸੀ, ਪਤੀ ਵੀ ਬਹੁਤ ਪਤੀਵਰਤ ਧਰਮ ਵਾਲੀ ਬੀਬੀ, ਹਰ ਸਮੇਂ ਪਤੀ ਸੇਵਾ 'ਚ ਤਿਆਰ ਵਰ ਤਿਆਰ ਰਹਿਣਾ, ਇਹ ਆਗਿਆ 'ਚ ਰਹਿਣਾ। ਇੱਕ ਦਿਨ ਉਹਦਾ ਪਤੀ ਕਿਤੋਂ ਬਾਹਰੋਂ ਥੱਕਿਆ ਹਾਰਿਆ ਆਇਆ ਤੇ ਉਹ ਬੀਬੀ ਜਿਹੜੀ ਸੀ ਉਖਲੀ ਵਿੱਚ ਧਾਨ ਵਗੈਰਾ ਪਾ ਕੇ ਅੱਗੇ ਮੂਹਰਿਆਂ ਨਾਲ ਛੰਡਦੀ ਸੀ, ਕੁੱਟਦੀ। ਉਹ ਪਤੀ ਨੇ ਆਵਾਜ਼ ਮਾਰੀ ਵੀ ਭਾਗਵਾਨੇ ਮੈਨੂੰ ਪਿਆਸ ਲੱਗੀ ਹੈ, ਪਾਣੀ ਪਿਆ। ਉਹ ਜਦੋਂ ਆਵਾਜ਼ ਮਾਰੀ ਉਸ ਵਕਤ ਉਹ ਜਿਹੜੀ ਬੀਬੀ ਸੀ ਉਹਨੇ ਮੂਹਲਾ ਚੁੱਕਿਆ ਹੋਇਆ ਸੀ। ਆਪਣੇ ਪਤੀ ਦੀ ਆਗਿਆ 'ਚ ਇੰਨੀ ਸੀ, ਆਵਾਜ਼ ਸੁਣਦਿਆਂ ਉੱਪਰ ਚੁੱਕਿਆ ਹੋਇਆ ਮੂਹਲਾ ਉੱਥੇ ਹੀ ਛੱਡਤਾ ਤੇ ਆਪਣੇ ਪਤੀ ਵਾਸਤੇ ਪਾਣੀ ਦਾ ਕਟੋਰਾ ਭਰ ਕੇ ਲਈ। ਜਦੋਂ ਕੋਲ ਪਹੁੰਚੀ ਹੈ ਉਦੋਂ ਨੂੰ ਪਤੀ ਥੱਕਿਆ ਹੋਇਆ ਸੀ, ਸੌਂ ਗਿਆ। ਤੇ ਉਹ ਥੱਕਿਆ ਹੋਇਆ ਜਾਣ ਕੇ ਨੀਂਦ ਤੋਂ ਜਗਾਇਆ ਨਹੀਂ, ਕੋਲ ਲੈ ਕੇ ਕਟੋਰਾ ਖੜੀ ਰਹੀ। ਜਿਹੜਾ ਮੂਹਲਾ ਛੱਡ ਕੇ ਆਈ ਸੀ ਉਹ ਉੱਪਰ ਚੁੱਕਿਆ ਉੱਥੇ ਹੀ ਖੜਾ ਰਿਹਾ, ਥੱਲੇ ਨਹੀਂ ਸੀ ਡਿੱਗਿਆ। ਤੇ ਦੂਜੇ ਘਰ ਕੋਈ ਬੀਬੀ ਸੀ, ਉਹ ਸਾਰਾ ਕੁਝ ਵੇਖਦੀ ਰਹੀ। ਉਹ ਸੋਚਦੀ ਹੈ ਇਹ ਤਾਂ ਕੋਈ ਜਾਦੂਗਰ ਨਹੀਂ ਲੱਗਦੀ, ਮੂਹਲਾ ਉਵੇਂ ਉੱਪਰ ਹੀ ਖੜਾ, ਥੱਲੇ ਨਹੀਂ ਡਿੱਗਿਆ। ਫਿਰ ਜਦੋਂ ਉਹ ਬੀਬੀ ਆਪਣੇ ਪਤੀ ਨੂੰ ਪਾਣੀ ਪਿਲਾ ਕੇ ਵਾਪਸ ਆਈ, ਉਹਨੇ ਉੱਥੇ ਹੀ ਮੂਹਲਾ ਫੜ ਕੇ ਫੇਰ ਧਾਨ ਜਿਹੜਾ ਸੀ ਉਹ ਛੰਡਣਾ ਸ਼ੁਰੂ ਕਰਤਾ। ਕੁਦੇ ਗਵਾਂਢਣ ਆਈ, ਪੁੱਛਦੀ ਆ ਉਹਨੂੰ, ਭੈਣੇ ਆਹ ਜਿਹੜਾ ਮੂਹਲਾ ਸੀ ਉਵੇਂ ਹੀ ਉੱਪਰ ਹੀ ਖੜਾ ਰਿਹਾ, ਕੋਈ ਮੰਤਰ ਹੈ ਮੈਨੂੰ ਵੀ ਦੱਸ। ਉਹ ਕਹਿੰਦੀ ਮੰਤਰ ਮੇਰੇ ਕੋਲੇ ਕੋਈ ਨਹੀਂ ਹੈ। ਇੰਨੀ ਗੱਲ ਹੈ ਵੀ ਮੈਂ ਇਹ ਪਤੀਵਰਤਾ ਧਰਮ ਦੀ ਕਰਾਮਾਤ ਹੈ, ਮੈਂ ਆਗਿਆ 'ਚ ਰਹਿਨੀ ਆ। ਮੈਂ ਉਹ ਮੂਹਲਾ ਛੱਡ ਕੇ ਜਿੱਥੇ ਗਿਆ ਆਪੇ ਹੀ ਖੜਾ ਰਿਹਾ। ਗਵਾਂਢਣ ਸੋਚਦੀ ਲੈ ਤਾਂ ਫਿਰ ਵੱਡੀ ਗੱਲ ਨਹੀਂ, ਆਪਾਂ ਕਰ ਲੈਨੇ ਆ ਸ਼ੁਰੂ ਇਹ ਕੰਮ। ਤੇ ਉਹ ਵੀ ਪਤੀ ਘਰ ਆਇਆ ਤੇ ਉਹ ਕਹਿੰਦੀ ਵੀ ਤੂੰ ਘਰੇ ਆਇਆ, ਤੂੰ ਪਾਣੀ ਨਹੀਂ ਮੰਗਿਆ ਮੇਰੇ ਤੋਂ। ਹੁਣ ਉਹਨੂੰ ਵਿਚਾਰੇ ਨੂੰ ਤੇ ਨਹੀਂ ਸੀ ਲੱਗੀ, ਇਹ ਮੱਲੋ ਮੱਲੀ ਪਾਣੀ ਭਰ ਗਈ। ਤੇ ਉਹ ਬੈਠਾ, ਹੁਣ ਇਹਨੂੰ ਕੀ ਹੋ ਗਿਆ? ਕਹਿੰਦੀ ਤੂੰ ਸੁੱਤਾ ਨਹੀਂ? ਕਹਿੰਦਾ ਉਦੋਂ ਨੀਂਦ ਹੀ ਨਹੀਂ ਆਉਂਦੀ, ਮੈਂ ਕਿਉਂ ਸੌਂਵਾਂ। ਕਹਿੰਦੀ ਨਹੀਂ ਪਹਿਲਾਂ ਸੌਂ। ਉਹ ਵਿਚਾਰਾ ਡਰਦਾ ਸੌਂ ਗਿਆ ਵੀ ਕਿਤੇ ਗਾਲਾਂ ਹੀ ਨਾ ਪੈਣ। ਤੇ ਪਾਣੀ ਲੈ ਕੇ ਖੜੀ ਰਹੀ। ਤੇ ਉਹ ਜਦੋਂ ਸਾਰਾ ਕੁਝ ਉਹਨੇ ਦੇਖਿਆ ਸੀ ਨਾ, ਤੇ ਜਦੋਂ ਪਹਿਲਾਂ ਤਾਂ ਹੁਣ ਉਹਨੂੰ ਨੀਂਦ ਨਾ ਆਵੇ, ਗੁੱਸੇ 'ਚ ਕਹਿੰਦੇ ਵੀ ਸੌਂਦਾ ਕਿ ਨਹੀਂ ਸੌਂਦਾ। ਮੰਜੇ ਤੇ ਪੈ ਗਿਆ। ਉਹ ਬੀਬੀ ਨੇ ਜਦੋਂ ਦੇਖਿਆ ਮੂਹਲਾ ਉੱਪਰ ਚੁੱਕਿਆ ਹੋ, ਉਹ ਕਹਿੰਦੀ ਵੀ ਤੂੰ ਆਉਂ ਕਰੀ, ਪਹਿਲਾਂ ਮੇਰੇ ਕੋਲੋਂ ਪਾਣੀ ਮੰਗੇ। ਹੁਣ ਉਹ ਵਿਚਾਰਾ ਸੁਭਾਅ ਦਾ ਪਤਾ ਸੀ, ਪਿਆਸ ਉਹਨੂੰ ਲੱਗੀ ਨਹੀਂ ਸੀ, ਜ਼ਬਰਦਸਤੀ ਪਾਣੀ ਪਿਉਣ ਲੱਗੀ। ਤੇ ਜਦੋਂ ਮੂਹਲਾ ਉੱਪਰ ਚੱਕਿਆ, ਪਾਣੀ ਮੰਗਿਆ ਨਾ, ਤੇ ਉਹਨੂੰ ਉਵੇਂ ਹੀ ਛੱਡਤਾ। ਉਹ ਜਦੋਂ ਛੱਡਿਆ ਹੁਣ ਤਾਹਾਂ ਸੀਗਾ ਕੀਤਾ ਹੋਇਆ ਉਹਦੇ ਸਿਰ 'ਚ ਵੱਜਿਆ, ਸਿਰ 'ਚ ਸੱਟ ਲੱਗ ਗਈ। ਹੁਣ ਇੱਕ ਤਾਂ ਸੁਭਾਅ ਤੋਂ ਗੁੱਸੇ ਵਾਲੀ ਸੀ, ਦੂਜਾ ਸਿਰ 'ਚ ਲੱਗਿਆ ਮੂਹਲਾ, ਕ੍ਰੋਧ 'ਚ ਆ ਗਈ। ਤੇ ਉਸੇ ਸਮੇਂ ਉਹ ਮੂਹਲਾ ਮਾਰ ਕੇ ਆਪਣੇ ਤੇ ਜਦੋਂ ਵੱਜਿਆ ਨਾ, ਲਿਆਈ ਚੱਕ ਕੇ, ਆਹ ਸਾਰੇ ਤੇਰੇ ਕਹਿੰਦੀ ਪੁਆੜੇ ਪਾਏ ਐ। ਜੇ ਤੂੰ ਪਹਿਲਾਂ ਹੀ ਮੰਨ ਲੈਂਦਾ, ਮੈਨੂੰ ਕਹਿਣ ਦੀ ਲੋੜ ਨਾ ਪੈਂਦੀ, ਤੂੰ ਮੇਰੇ ਤੋਂ ਪਾਣੀ ਮੰਗਦਾ, ਮੈਂ ਲਿਆਉਂਦੀ, ਤੂੰ ਸੌਂ ਜਾਂਦਾ। ਇੰਨਾ ਕੁਛ ਕਾਹਨੂੰ ਹੁੰਦਾ? ਮਾਰਿਆ ਮੂਹਲਾ, ਗੋਡੇ ਭੰਨ ਤੇ ਉਹਦੇ। ਇਹ ਕਹਿੰਦੀ ਮੈਂ ਤਾਂ ਪੂਰੀ ਸਤੀ ਐ, ਪਰ ਤੇਰਾ ਸਤ ਧਰਮ ਕਾਇਮ ਨਹੀਂ ਹੈ। ਇਹੋ ਜਿਹੀਆਂ ਗੁਰਮੁਖੋ
ਸਾਖੀਆਂ ਦਾ ਭਾਵ ਇਹ ਸਮਝਾਉਣ ਦੀ ਗੱਲ ਹੈ ਕਿ ਜਿੰਨਾ ਟਾਈਮ ਅਸਲ ਵਿੱਚ ਅੰਦਰੋਂ ਭਾਵਨਾ ਨਹੀਂ ਨਾ, ਰੀਸ ਨਾਲ ਕੁਝ ਨਹੀਂ ਬਣਨਾ। ਰੀਸਾਂ ਦਾ ਕੀ ਹੈ? ਰੀਸ ਤਾਂ ਗੁਰਮੁਖਾਂ ਵਰਗੀ ਬਹੁਤ ਦੁਨੀਆ, ਉਵੇਂ ਤੁਰਨਾ, ਉਹੇ ਜਿਹਾ ਸੰਤ ਰਾੜੇ ਵਾਲਿਆਂ ਨੂੰ ਉਹਨਾਂ ਸਮਿਆਂ 'ਚ ਕੋਈ ਪ੍ਰਾਣੀ ਆ ਗਿਆ, ਉਹਨੇ ਦੇਖਿਆ ਵੀ ਇਹਨਾਂ ਦਾ ਸਤਿਕਾਰ ਬੜਾ, ਦੁਨੀਆ ਹੱਥ ਬੰਨ੍ਹਦੀ ਹੈ, ਜਿੱਧਰ ਨੂੰ ਜਾਂਦੇ ਆ ਕੱਪੜੇ ਲੀੜੇ ਸੋਹਣੇ ਪਾਏ ਹੁੰਦੇ ਆ, ਲੋਕ ਸਤਿਕਾਰ ਬੜਾ ਕਰਦੇ ਹਨ। ਉਹ ਸੀ ਕਮਾਈ ਉਹਨਾਂ ਦੀ। ਤੇ ਉਹ ਕਹਿੰਦਾ ਵੀ ਸੰਤ ਜੀ ਮੈਂ ਸੰਤ ਬਣਨਾ। ਉਹ ਸੰਤ ਈਸ਼ਰ ਸਿੰਘ ਜੀ ਸਮਝ ਗਏ, ਕਹਿੰਦੇ ਭਾਈ ਗੱਲ ਇਹ ਹੈ ਵੀ ਜੇ ਤਾਂ ਹੈਗਾ ਸੰਤ ਕਹਾਉਣਾ ਫਿਰ ਤਾਂ 10 ਮਿੰਟਾਂ ਦਾ ਹੀ ਕੰਮ ਹੈ। ਚੋਲਾ ਪਿਆ ਸਾਡੇ ਕੋਲੇ, ਖੁੰਡੀ ਪਈ ਹੈ, ਦਸਤਾਰ ਪਈ ਹੈ, ਲਿਸ਼ਕ ਪੁਸ਼ਕ ਕੇ ਖੜ ਜੀ, ਜਿੰਨੇ ਹੈਗੇ ਆ ਸਿੰਘ ਉਹ ਤੇਰੇ ਨਾਲ 5-7 ਦੇ ਦਿਆਂਗੇ, ਗੱਡੀ 'ਚ ਬਹਿ ਜੀ, ਗੇੜਾ ਦੇਈ, ਜਦੋਂ ਕਿਤੇ ਖੜੇ ਬੈਠੇਗਾ ਦੁਨੀਆ ਕੋ ਸੰਤ ਹੈ। ਜੇ ਤਾਂ ਹੈ ਉਹ ਖਵਾਉਣਾ ਫਿਰ ਤਾਂ 10 ਮਿੰਟਾਂ ਦਾ ਕੰਮ ਹੈ। ਜੇ ਗੁਰਮੁਖਾ ਬਣਨਾ ਹੈ ਨਾ ਫਿਰ ਟਾਈਮ ਦਾ ਕੋਈ ਪਤਾ ਨਹੀਂ, ਫਿਰ ਤਾਂ ਇਹ ਨਹੀਂ ਪਤਾ ਆ ਜਨਮ 'ਚ ਜਾਂ ਕਿੰਨੇ ਜਨਮ ਹੋਰ ਲੱਗ ਜਾਣ। ਸੰਤ ਬਣਨ ਵਾਸਤੇ ਤੇ ਘਾਲ ਕਮਾਈ ਦੀ ਜ਼ਰੂਰਤ ਹੈ। ਰੀਸਾਂ ਕਰਹਿ ਤਿਨਾੜੀਆਂ ਜੋ ਸੇਵੈ ਦਰ ਖੜੀਆਂ। ਮਹਾਰਾਜ ਕਹਿੰਦੇ ਰੀਸਾਂ ਉਹਨਾਂ ਦੀਆਂ ਕਰਦਿਆਂ ਨੇ ਜਿਹੜੇ ਗੁਰਮੁਖ ਨੇ, ਭਾਵ ਦਰ ਖੜੇ ਸਾਵਧਾਨਤਾ 'ਚ ਵਾਹਿਗੁਰੂ ਦੀ ਸੇਵਾ ਕਰਦੇ ਹਨ। ਨਾਲ ਖਸਮੈ ਰਤੀਆ ਮਾਣਹਿ ਸੁਖ ਰਲੀਆ। ਖਸਮ ਨਾਲ ਜਿਹੜੀਆਂ ਰੱਤੀਆਂ ਮਾਲਕ ਵਾਹਿਗੁਰੂ ਪਰਮੇਸ਼ਰ ਨਾਲ, ਉਹ ਭਾਈ ਸਦਾ ਹੀ ਸੁੱਖਾਂ ਦੀਆਂ ਰਲੀਆਂ, ਭਾਵ ਰੰਗ ਰਲੀਆਂ, ਸੁੱਖ ਆਨੰਦ ਖੁਸ਼ੀਆਂ ਮਾਣਦੀਆਂ ਹਨ। ਹੋਦੈ ਤਾਣ ਨਿਤਾਣੀਆ ਰਹਿ ਨਿਮਾਨਣੀਆ। ਐਸੀਆਂ ਜਿਹੜੀਆਂ ਗੁਰਮੁਖ ਨੇ ਨਾ, ਉਹ ਬੀਬੀਆਂ ਉਹਨਾਂ ਨੂੰ ਹੁਣ ਇਸਤਰੀ ਰੂਪ ਵਿੱਚ ਸਮਝਾਉਂਦੇ ਆ ਮਹਾਰਾਜ ਉਸ ਤਰ੍ਹਾਂ ਸ਼ਬਦ। ਤਾਣ ਹੁੰਦੇ ਹੋਏ ਵੀ ਨਿਤਾਣਾ, ਤਾਣ ਬਲ ਨੂੰ ਕਹਿੰਦੇ ਆ। ਤਾਣ ਗੁਰਮੁਖ ਹੋ ਸਕਦਾ ਹੈ ਨਾ, ਜਿਵੇਂ ਪ੍ਰਤੱਖ ਰੂਪ ਵਿੱਚ ਬੀਬੀਆਂ ਨੂੰ ਤਾਣ ਹੋ ਸਕਦਾ ਹੈ, ਪਰ ਕਰਮਾਂ ਵਾਲੀ ਜਿਹੜੀ ਪਤੀ ਘਰ ਆ ਕੇ ਨਿਤਾਣੀ ਬਣੇ, ਕਈਆਂ ਨੂੰ ਤਾਣ ਹੋ ਸਕਦਾ, ਪਿਛਲੇ ਮਾਪਿਆਂ ਦੀ ਅਮੀਰੀ ਦਾ ਹੋ ਸਕਦਾ, ਆਪਣੇ ਭੈਣ ਭਰਾਵਾਂ ਦੀ ਅਮੀਰੀ ਦਾ ਹੋ ਸਕਦਾ ਤਾਣ। ਫਿਰ ਗੁਰਮੁਖੋ ਆਪਣੇ ਸਰੀਰ ਸੁੰਦਰਤਾ ਦਾ ਤਾਣ ਹੋ ਸਕਦਾ, ਪਰ ਅਸਲ ਉਹ ਆ ਤਾਣ ਹੁੰਦੇ ਹੋਏ ਵੀ ਨਿਮਾਣਾ ਬਣ ਕੇ, ਨਿਤਾਣਾ ਬਣ ਕੇ ਰਹੇ। ਇਸੇ ਤਰ੍ਹਾਂ ਭਾਈ ਗੁਰੂ ਦਾ ਵੀ ਤਾਣ ਹੈ, ਤਾਣ ਹੁੰਦਿਆਂ ਹੋਇਆਂ ਵੀ ਨਿਤਾਣੀਆਂ ਬਣ ਕੇ ਰਹਿੰਦੀਆਂ। ਰਹਿ ਨਿਮਾਨਣੀਆਂ, ਐਸੀਆਂ ਇਸਤਰੀਆਂ ਨੂੰ ਲਾਇਕ ਜਾਣ ਕੇ ਦੁਨੀਆ ਆਦਰ ਕਰਦੀ ਹੈ। ਉਹ ਆਦਰ ਪਾ ਕੇ ਵੀ ਨਿਮਾਣੀਆਂ ਹੋ ਕੇ, ਮਾਣ ਤੋਂ ਰਹਿਤ ਹੋ ਕੇ ਰਹਿੰਦੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹੈ ਤਾਕਤ ਪਾ ਕਰਕੇ, ਪ੍ਰਭਤਾ ਪਾ ਕੇ ਵੀ ਨਿਮਾਣੇ ਹੋ ਕੇ ਰਹਿੰਦੇ ਹਨ। ਨਾਨਕ ਜਨਮ ਸਕਾਰ ਥਾ ਜੇ ਤਿਨ ਕੈ ਸੰਗ ਮਿਲਾਹ। ਇਹ ਜਿਹੜਾ ਜਨਮ ਹੈ ਸਫਲ ਹੋ ਜਾਂਦਾ। ਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦਾ ਸਫਲ ਹੈ, ਉਹ ਬੀਬੀਆਂ ਦਾ ਜਨਮ ਸਫਲ ਹੈ। ਜੀਵ ਰੂਪ ਇਸਤਰੀ ਦਾ ਜਨਮ ਇਹ ਜਿਹੜਾ ਸਫਲ ਹੈ, ਸਕਾਰਥਾ ਹੈ। ਜੇ ਤਿਨ ਕੈ ਸੰਗ ਮਿਲਾ, ਇਹ ਜੇਕਰ ਐਸੇ ਸਕਾਰਥ ਜਨਮ ਵਾਲੀਆਂ, ਸਫਲ ਜਨਮ ਵਾਲੀਆਂ ਉਹਨਾਂ ਗੁਰਮੁਖਾਂ ਦੇ ਨਾਲ ਸਾਡਾ ਮੇਲ ਹੋ ਜੇ, ਦੂਜੀਆਂ ਵੀ ਮਿਲ ਜਾਣ, ਤਾਂ ਉਹਨਾਂ ਦਾ ਵੀ ਜਨਮ ਸਫਲ ਹੋ ਜਾਂਦਾ ਹੈ। ਇਸੇ ਕਿਰਪਾ ਵਾਹਿਗੁਰੂ ਪਰਮੇਸ਼ਰ ਦੀ ਹੁੰਦੀ ਹੈ। ਕੋਈ ਤਾਣ ਹੁੰਦੇ ਹੋਏ ਵੀ ਨਿਤਾਣਾ ਬਣ ਕੇ ਰਹਿਣਾ। ਸਰਮੱਧ ਫਕੀਰ ਸੀ, ਕੈਦ 'ਚ ਰੱਖਿਆ ਸੀ ਔਰੰਗਜ਼ੇਬ ਨੇ, ਤੇ ਰੂਮ ਦਾ ਬਾਦਸ਼ਾਹ ਦਾ ਵਜ਼ੀਰ, ਉਹਨੇ ਪੁੱਛਿਆ ਉਹ ਫਕੀਰਾ ਮੈਨੂੰ, ਕਿਉਂਕਿ ਪੁੱਛਦਾ ਫਿਰਦਾ ਸੀ ਸਬਰ ਤੇ ਸ਼ੁਕਰ ਦੇ ਅਰਥ ਦੱਸ। ਇੱਥੇ ਆ ਗਿਆ, ਕਹਿੰਦਾ ਮੈਨੂੰ ਪਤਾ ਲੱਗਿਆ ਕਿ ਇੱਥੇ ਸਰਮੱਧ ਫਕੀਰ ਹੈ ਜਿਹੜਾ ਇਹਦੇ ਅਰਥ ਦੱਸ ਸਕਦਾ। ਉਹਨਾਂ ਨੂੰ ਦੱਸਿਆ ਉਹ ਤਾਂ ਔਰੰਗਜ਼ੇਬ ਦੀ ਜੇਲ੍ਹ 'ਚ ਬੰਦ ਕੀਤਾ ਹੋਇਆ, ਜਾਮਾ ਮਸਜਿਦ ਦੇ ਨਾਲ ਉਹਦੀ ਗੁਰਮੁਖੋ ਜਗ੍ਹਾ ਹੈ। ਤੇ ਉਹ ਫਿਰ ਮਿਲਣ ਦਾ ਟਾਈਮ ਲੈ ਕੇ ਸਰਮੱਧ ਕੋਲੇ ਗਿਆ। ਇਹ ਕਹਿੰਦਾ ਦੱਸ, ਕਹਿੰਦਾ ਮੈਂ ਸਬਰ ਤੇ ਸ਼ੁਕਰ ਦੇ ਅਰਥ ਪੁੱਛਣੇ ਆ। ਸਰਮੱਧ ਫਕੀਰ ਕਹਿੰਦਾ ਦੇਖ ਆਕਾਸ਼ ਵੱਲ ਤੱਕ। ਫਿਰ ਜਦੋਂ ਉਹਨੇ ਨਿਗਾਹ ਮਾਰੀ, ਆਕਾਸ਼ ਫਰਿਸ਼ਤੇ ਖੜੇ,
ਜਿਹੜੇ ਆਗਿਆ ਮੰਗਦੇ ਆ ਸਰਮਦ, ਇੱਕ ਵਾਰੀ ਆਗਿਆ ਦੇ ਧਰਤੀ ਪਲਟਾ ਦਿਆਂਗੇ। ਜੇ ਆਖੇ ਜਿਵੇਂ ਤੂੰ ਕਹੇ ਉਵੇਂ ਕਰ ਦਿਆਂਗੇ। ਕਹਿਣ ਲੱਗਿਆ ਵੀ ਆ ਦੇਖ ਇੰਨਾ ਕੁਝ ਹੋ ਕੇ ਵੀ ਪਰਮੇਸ਼ਰ ਨੇ ਆ ਬਰਕਤ ਬਖਸ਼ੀ ਹੈ ਨਾ, ਇਹ ਸ਼ੁਕਰ ਦੀ ਪਰਿਭਾਸ਼ਾ ਹੈ, ਮੈਂ ਉਹਦੇ ਸ਼ੁਕਰ ਵਿੱਚ ਆ। ਫੇਰ ਉਹ ਕਹਿੰਦਾ ਵੀ ਸਬਰ ਦੀ ਗੱਲ। ਸਰਮਦ ਕਹਿੰਦਾ ਕੁਛ ਟਾਈਮ ਬੈਠ ਜਾ। ਫਿਰ ਆਏ ਸਰਮਦ ਕੋਲੇ ਸਿਪਾਹੀ, ਉਹਨੂੰ ਕਹਿਣ ਤੂੰ ਸਾਡੀ ਗੱਲ ਮੰਨ, ਬਾਦਸ਼ਾਹ ਤੋਂ ਈਨ ਮੰਨ। ਕੁੱਟਣ ਲੱਗ ਗਏ, ਕੁੱਟਿਆ। ਜਦੋਂ ਬਹੁਤ ਕੁੱਟਿਆ ਤੇ ਉਦੋਂ ਬਾਅਦ ਪਾਣੀ ਪੀਣ ਵਾਸਤੇ ਇੱਕ ਲੂਣ ਪਾ ਕੇ ਪਿਆਲਾ ਦਿੱਤਾ ਤੇ ਉਹ ਫਕੀਰ ਨੇ, ਸਰਮਦ ਨੇ ਉਹ ਪਿਆਲਾ ਪੀ ਲਿਆ। ਵਜ਼ੀਰ ਨੂੰ ਕਹਿੰਦਾ ਦੇਖ ਸਾਨੂੰ ਪਰਮੇਸ਼ਰ ਨੇ ਇੰਨੀ ਬਖਸ਼ਿਸ਼ ਬਖਤੀ, ਉਹਦੀ ਰਜਾ ਵਿੱਚ ਰਹਿ ਕੇ ਲੂਣ ਦਾ ਪਿਆਲਾ ਪੀ ਲਿਆ। ਸਬਰ ਕੀਤਾ ਹੈ, ਇਹ ਸਬਰ ਤੇ ਸ਼ੁਕਰ ਹੈ। ਉਹ ਅਕਾਲ ਪੁਰਖ ਪਰਮੇਸ਼ਰ ਖੁਦਾ ਦੀ ਸਾਰੀ ਬਰਕਤ ਹੈ, ਪਰ ਜੋ ਸਾਨੂੰ ਸਿਖਾਇਆ ਉਹਦੇ ਸਬਰ ਤੇ ਸ਼ੁਕਰ ਵਿੱਚ, ਇਹਦੇ ਨਾਲ ਹੀ ਮੈਂ ਆਪਣਾ ਟਾਈਮ ਉਹਦਾ ਸ਼ੁਕਰ ਕਰਦਾ। ਵਾਹਿਗੁਰੂ ਚਲੋ ਲੂਣ ਦਾ ਪਿਆਲਾ ਤੇ ਮਿਲਿਆ, ਤੇਰਾ ਸ਼ੁਕਰ ਹੈ। ਇਹੋ ਜਿਹੇ ਗੁਰਮੁਖਾਂ ਦੇ ਵਿੱਚ ਬਲ ਹੁੰਦਿਆਂ ਹੋਇਆਂ ਵੀ ਇਹ ਜਿਹੜਾ ਨਿਮਾਣੇ ਰਹਿਣਾ, ਨਾਨਕ ਜਨਮ ਸਿਕਾਰਥਾ ਜੇ ਤਿਨ ਕੈ ਸੰਗ ਮਿਲਾ। ਇਹੋ ਜਿਹੇ ਗੁਰਮੁਖਾਂ ਦਾ ਮੇਲ ਹੋ ਜੇ ਤਾਂ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਜਨਮ ਵੀ ਸਫਲ ਹੋ ਜਾਂਦਾ ਹੈ। ਕਬਿੱਤ ਅੱਗੇ ਸੰਤ ਰੇਣ ਜੀ ਇਤਿਹਾਸ ਦੱਸਦੇ ਨੇ, ਬੋਲੇ ਤਬ ਨਾਨਕ ਜੀ ਜਾਹੋ ਅਬ ਬਾਲਾ ਤੁਮ। ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਭਾਈ ਬਾਲਿਆ ਹੁਣ ਤੂੰ ਜਾ, ਕੰਠ ਮਰਦਾਨੇ ਕੇ ਤੇ ਤੋਰ ਢਾਰ ਬੰਧਨਾ। ਜਿਹੜਾ ਭਾਈ ਮਰਦਾਨੇ ਦੇ ਗਲ ਵਿੱਚ ਬੰਧਨ ਧਾਗਾ ਪਾਇਆ ਤੋੜ ਦੇ। ਆਏ ਸੁਕੋ ਪਾਏ ਤਾਤ ਕਾਲ ਢਿਗ ਜਾਏ ਘਰ। ਆਗਿਆ ਪਾ ਕੇ ਤੁਰੰਤ ਭਾਈ ਮਰਦਾਨੇ ਕੋਲੇ ਪਹੁੰਚੇ ਭਾਈ ਬਾਲਾ ਜੀ। ਕੰਠ ਜੋ ਤੰਤ ਸੋ ਕੀਨੋ ਹੈ ਨਿਕੰਦਨਾ। ਜਿਹੜਾ ਗਲ ਵਿੱਚ ਤੰਤਰ ਪਾਇਆ ਹੋਇਆ ਸੀ ਧਾਗਾ, ਉਹ ਭਾਈ ਨਿਕੰਦਨ ਕਰਤਾ, ਕੱਟ ਦਿੱਤਾ ਹੈ। ਮਾਨਵ ਕੀ ਦੇਹ ਭਈ ਫੇਰ ਮਰਦਾਨੇ ਹੂੰ ਕੀ। ਫੇਰ ਭਾਈ ਮਰਦਾਨੇ ਦੀ ਦੇਹੀ ਮਨੁੱਖਾਂ ਵਰਗੀ ਹੋ ਗਈ। ਆਏ ਗੁਰ ਪੂਰਨ ਕੋ ਕੀਨ ਤਬ ਬੰਦਨਾ। ਪੂਰਨ ਸਤਿਗੁਰੂ ਨੂੰ ਆ ਕੇ ਭਾਈ ਮਰਦਾਨੇ ਨੇ ਫਿਰ ਬੰਦਨਾ ਕੀਤੀ। ਵੱਡੀ ਜੋ ਬਲਾਈ ਤਿਨ ਮਹਿ ਲਿਓ ਬਿਹਰਤ। ਕਹਿਣ ਲੱਗਿਆ ਸੱਚੇ ਪਾਤਸ਼ਾਹ ਵੱਡੀ ਜੋ ਬਲਾਈ, ਆ ਬੜੀ ਵੱਡੀ ਬਲਾਈਆਂ ਸੀ ਟੂਣੇ ਕਰਨ ਵਾਲੀਆਂ। ਤਿੰਨ ਮਾਹੇ ਲਿਓ ਬਿਹਰਤ, ਉਹਨਾਂ ਵਿੱਚ ਇਉਂ ਜਦੋਂ ਦੇਖਿਆ ਉਹ ਸੂਧੇ ਮਾਨ ਮੇਰੋ ਹੋ ਜਾਨੋ ਛੰਦ ਬੰਦਨਾ। ਕਹਿਣ ਲੱਗੇ ਵੀ ਅਸੀਂ ਕੋਈ ਬਲ ਛਲ ਨਹੀਂ ਜਾਣਦੇ, ਸਿੱਧਾ ਮਨ ਹੈ, ਇਸ ਕਰਕੇ ਕੋਈ ਬਲ ਛਲ ਛੰਦ ਬੰਦ ਨਹੀਂ ਆਉਂਦਾ। ਨਾਨਕ ਬਖਾਨਾ ਸੁਰ ਸੁਨ ਕਰ ਮਰਦਾਨਾ। ਇਉਂ ਗੁਰੂ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਫਿਰ ਬਚਨ ਕਹੇ, ਸੁਣ ਕਰ ਮਰਦਾਨਾ। ਭਾਈ ਮਰਦਾਨਿਆ ਸੁਣ, ਤੂੰ ਸੁਣ ਕੇ ਨਹਿ ਬੈਨ ਮਮ ਮਾਨਾ ਤੁਮ ਕਰੀ ਮਨ ਭਾਈਆ। ਭਾਈ ਮਰਦਾਨਿਆ ਤੂੰ ਸਾਡਾ ਬਚਨ ਨਹੀਂ ਸੀ ਮੰਨਿਆ, ਇਸ ਤੂੰ ਮਨ ਦੀ ਮਰਜ਼ੀ ਕੀਤੀ, ਮਨ ਭਾਉਂਦਾ ਕੀਤਾ। ਭਨਤ ਪਰਸ ਪਰ ਐਸੀ ਬਚਨ ਗੁਰ। ਇਸ ਤਰ੍ਹਾਂ ਪਰਸ ਪਰ ਬਚਨ ਕਰ ਰਹੇ ਨੇ ਸਤਿਗੁਰੂ ਜੀ। ਤਾਹੇ ਕਾਲ ਵਿਖੇ ਪਤ ਅੰਗਨਾ ਕੇ ਆਈਆ। ਉਸੇ ਸਮੇਂ ਹੀ ਇਸਤਰੀਆਂ ਜਿਹੜੀਆਂ ਸਨ ਨਾ ਪਤ, ਉਹਨਾਂ ਦੇ ਪਤੀ, ਅੰਗਨਾ ਕੇ ਇਸਤਰੀ, ਉਹਨਾਂ ਦੇ ਪਤੀ ਆ ਗਏ। ਦੌਰ ਕਾਰ ਕੂਕਰੀ ਉਹ ਮਿੱਡੀ ਗਈ ਪਤ ਪਾਸ। ਜਦੋਂ ਪਤੀ ਆਏ, ਜਿਹੜੀ ਕੁੱਤੀ ਬਣੀ ਹੈ, ਭੇਡ ਬਣੀ ਹੋਈ ਹੈ, ਉਹ ਭੱਜ ਕੇ ਆਪਣੇ ਪਤੀਆਂ ਕੋਲ ਗਈਆਂ। ਗੁਰੂ ਦੈਸ ਹੋਏ ਬਾਰ ਬਾਰ ਤਾਂ ਬਤਾਈਆ। ਗੁਰੂ ਮਹਾਰਾਜ ਵੱਲ ਨੂੰ ਹੋ ਕੇ ਬਾਰ ਬਾਰ ਦੱਸਦੀਆਂ, ਮੂੰਹ ਜਿਹਾ ਕਰ ਕਰਕੇ। ਬੋਲਣ ਸਕਤ ਨਹੀਂ ਐਤ ਉਤ ਦੌਰੀ ਫਿਰੈ। ਬੋਲਣ ਦੀ ਤਾਕਤ ਨਾ ਰਹੀ, ਇੱਧਰ ਉੱਧਰ ਨੂੰ ਭੱਜੀਆਂ ਫਿਰਦੀਆਂ। ਲਾਂਗਲ ਹਿਲਾਏ ਫੁਰਵਾਏ ਸਮਝਾਈਆ।
ਪੁੱਛਾਂ ਜੀਆਂ ਹਿਲਾ ਕੇ ਨਾ ਫਰਾਟੇ ਜੇ ਮਾਰ-ਮਾਰ ਸਮਝਾਉਂਦੀਆਂ ਹਨ। ਧੀਏ ਨਿਜ ਦੇਖ ਕਰ ਚਿੱਤ ਮੈਂ ਬਸੇਖ ਭਏ। ਹੁਣ ਉਹਨੂੰ ਤ੍ਰਿਆ ਰਾਜ ਵੀ ਕਿਹਾ। ਕਾਮ ਦੇ ਜਿਹੜਾ ਦੇਸ਼ ਹੈ ਨਾ ਉਹਨੂੰ ਉੱਥੇ ਤ੍ਰਿਆ ਰਾਜ ਗ੍ਰੰਥਾਂ ਵਿੱਚ ਆਉਂਦਾ ਹੈ। ਭਾਵ ਇਸਤਰੀਆਂ ਰਾਜ ਕਰਦੀਆਂ ਸੀ, ਪੁਰਸ਼ ਦੀ ਨਹੀਂ ਸੀ ਕੋਈ ਪੁੱਛ ਪੜਤਾਲ। ਧੀਏ ਨਿਜ ਦੇਖ ਕਰ ਚਿੱਤ ਮੈਂ ਬਸੇਖ ਭਏ। ਆਪਣੀਆਂ ਇਸਤਰੀਆਂ ਨੂੰ ਵੇਖ ਕਰਕੇ ਫਿਰ ਉਹ ਚਿੱਤ ਦੇ ਵਿੱਚ ਹੈਰਾਨ ਜੇ ਹੋਏ ਹਨ। ਜਾਣੇ ਕਲਾਵਾਨ ਇਹ ਸੰਤ ਕੋ ਆਇਆ। ਜਾਣਿਆ ਕੋਈ ਕਲਾਵਾਨ ਸ਼ਕਤੀ ਵਾਲਾ ਸੰਤ ਆਇਆ ਹੈ। ਤਾਮਨ ਕੋ ਕੀਨੋ ਇਨ ਭਇਓ ਬਪਰੀਤ ਸੋ। ਇਹਨਾਂ ਨੇ ਟੂਣੇ ਕੀਤੇ ਤੇ ਉਹੀ ਇਹਨਾਂ ਦੇ ਉਲਟ ਹੋ ਗਏ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਬਚਨ ਮੰਨ ਲਓ। ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਜੁੜ ਜਾਓ। ਜਿਹੜਾ ਕੋਈ ਤੁਹਾਡੇ ਤੇ ਟੂਣਾ ਕਰੂ ਤੁਹਾਡੇ ਤੇ ਅਸਰ ਨਹੀਂ ਹੋਊਗਾ, ਕਰਨ ਵਾਲੇ ਤੇ ਉਲਟੀ ਪਊਗੀ। ਪਰ ਜੁੜ ਜੀਏ ਗੁਰੂ ਗ੍ਰੰਥ ਸਾਹਿਬ ਜੀ ਨਾਲ, ਗੁਰੂ ਨਾਨਕ ਦੇ ਪਾਤਸ਼ਾਹ ਦੇ ਦਰ ਕਰਨ। ਜੇ ਹੁਣ ਅਸੀਂ ਜੁੜਦੇ ਨਹੀਂ ਹਾਂ ਫਿਰ ਐਵੇਂ ਰੱਬ ਨੂੰ ਲਾਂਭੇ ਦੇਣ ਦਾ ਕੋਈ ਫਾਇਦਾ ਨਹੀਂ ਹੈ ਭਾਈ। ਇਹ ਹੁਣ ਪ੍ਰਤੱਖ ਹੈ। ਸਾਖੀ ਦੇ ਵਿੱਚੋਂ ਸਾਡੇ ਸਾਹਮਣੇ ਸਿੱਖਿਆ ਪ੍ਰਤੱਖ ਹੋ ਗਈ। ਤਾਮਨ ਕੋ ਕੀਨੋ ਇਨ ਭਇਓ ਵਿਪਰੀਤ ਸੋ। ਇਹਨਾਂ ਨੇ ਟੂਣਾ ਕੀਤਾ, ਉਹ ਇਹਨਾਂ ਦੇ ਉਲਟ ਹੋ ਗਿਆ। ਕੁਕਰੀਓ ਮੀਢੀ ਬਨ ਮਨ ਦੁੱਖ ਪਾਈਆ। ਇਹ ਕੁੱਤੀ ਭੇੜ ਬਣ ਕੇ ਹੁਣ ਮਨ ਦੇ ਵਿੱਚ ਦੁੱਖ ਪਾਉਂਦੀਆਂ ਨੇ। ਚੱਲੇ ਨਹਿ ਜਾਏ ਇਸ ਵਿਧ ਕੀ ਬਣਾਏ ਅਬ। ਹੁਣ ਇਹ ਜਿਹੜੀ ਵਿਧੀ ਬਣਾਈ ਇਸ ਵਿਧ ਦੀ, ਇਹਨਾਂ ਦੀ ਹੁਣ ਪੇਸ਼ ਨਹੀਂ ਕੋਈ ਚੱਲ ਸਕਦੀ। ਅਬ ਕੀਨੀ ਖਤਾ ਸੋ ਲੇਹ ਜਾਂਤੇ ਬਖਸ਼ਾਈਆ। ਹੁਣ ਜਿਹੜੀ ਕੀਨੀ ਖਤਾ ਜੋ ਇਹਨਾਂ ਨੇ ਜਿਹੜਾ ਗੁਨਾਹ ਕੀਤਾ ਹੈ ਨਾ, ਇਹਨਾਂ ਮਹਾਂਪੁਰਸ਼ਾਂ ਤੋਂ ਇਹ ਸੰਤ ਤੋਂ ਇਹਨਾਂ ਨੂੰ ਬਖਸ਼ਾ ਲਈਏ। ਦੌਰ ਦੋਨੋਂ ਬਾਲਾ ਕੇ ਚਰਨ ਗਏ ਧਾਏ ਭਏ। ਦੋਨੇ ਜਾਣੇ ਭੱਜ ਕੇ ਭਾਈ ਬਾਲਾ ਜੀ ਦੇ, ਭਾਈ ਬਾਲੇ ਦੇ ਚਰਨੀ ਜਾ ਕੇ ਪੈ ਗਏ। ਭਏ ਮਨ ਦੀਨ ਕੀਨੀ ਬੇਨਤੀ ਵਡਾਈਆ। ਮਨ ਚ ਦੀਨ ਜਾ ਹੋ ਕੇ ਉਹਨਾਂ ਨੇ ਬੜੀਆਂ ਬੇਨਤੀਆਂ ਕੀਤੀਆਂ। ਬਾਲਾ ਨੇ ਬਖਾਨੀ ਜਾਹੋ ਗੁਰੂ ਪਾਸ ਬੰਦ ਪਾਨੀ। ਭਾਈ ਬਾਲਾ ਜੀ ਕਹਿੰਦੇ ਜੇ ਭੁੱਲ ਬਖਸ਼ਾਉਣੀ ਹੈ ਨਾ, ਸਾਡੇ ਸਤਿਗੁਰ ਬੈਠੇ ਨੇ, ਗੁਰੂ ਮਹਾਰਾਜ ਕੋਲੇ ਹੱਥ ਬੰਨ ਕੇ ਜਾਓ। ਬਖਸ਼ਣਹਾਰ ਸੋ ਖਤਾ ਕੀਨੀ ਜਾਹੇ ਕੀ। ਉਹ ਜਿਸ ਤਰ੍ਹਾਂ ਦਾ ਵੀ ਗੁਨਾਹ ਕੀਤਾ ਨਾ, ਤੁਸੀਂ ਇਹਨੂੰ ਬਖਸ਼ਣਹਾਰ ਗੁਰੂ ਨਾਨਕ ਦੇ ਪਾਤਸ਼ਾਹੀ ਹਨ। ਧਾਏ ਕਰ ਪਾਹੇ ਗਹੇ ਜਾਏ ਗੁਰੂ ਨਾਨਕ ਕੈ। ਧਾਏ ਕਰ ਪਾਏ ਗਏ, ਭੱਜ ਕੇ ਜਾ ਕੇ ਪਾਏ ਚਰਨ ਫੜ ਲਏ ਗੁਰੂ ਨਾਨਕ ਕੈ, ਸ੍ਰੀ ਗੁਰੂ ਨਾਨਕ ਦੇਵ ਜੀ ਦੇ। ਦੂਰ ਅਬ ਕੀਜੈ ਰਿਸ ਕੀਨੀ ਜੋ ਗੁਨਾਹੇ ਕੀ। ਕਹਿਣ ਲੱਗੇ ਸੱਚੇ ਪਾਤਸ਼ਾਹ, ਜਿਹੜਾ ਇਹ ਰਿਸ, ਇਹ ਮਾੜਾ ਕਰਮ ਕੀਤਾ, ਇਹ ਗੁੱਸੇ ਨੂੰ ਮੈਂ ਤਿਆਗ ਕਰਕੇ ਮਹਾਰਾਜ ਜੋ ਅਸੀਂ ਗੁਨਾਹ ਕੀਤਾ ਨਾ ਇਹਨਾਂ ਨੇ, ਸਾਡੀਆਂ ਪਤਨੀਆਂ ਨੇ, ਆਪ ਕਿਰਪਾ ਕਰਕੇ ਬਖਸ਼ ਦਿਓ ਜੀ। ਤਿਰਿਆ ਕੁਚੀਲ ਨਹਿ ਜਾਣਤ ਹੈ ਸੰਤ ਸੀਲ। ਮਹਾਰਾਜ ਇਹ ਮਾੜੇ ਸੁਭਾਅ ਵਾਲੀਆਂ ਕੁਚੀਲ ਨੇ, ਕਿਰਪਾ ਕਰੋ ਸਤਿਗੁਰੂ ਪਾਤਸ਼ਾਹ ਜੀ, ਇਹ ਸਾਡੀਆਂ ਇਸਤਰੀਆਂ ਇਸ ਤਰ੍ਹਾਂ ਦੀਆਂ ਜਾਣਦੀਆਂ ਨਹੀਂ। ਜਿਹੜਾ ਕੋਈ ਸੀਲ ਸੁਭਾਅ ਸੰਤ ਹੈ ਉਹਦੀ ਮਹਿਮਾ ਨੂੰ ਨਹੀਂ ਜਾਣਦੀਆਂ ਹਨ। ਭੂਲੀ ਮਤ ਸਦਾ ਜਿਨ ਦੁਸ਼ਟ ਸੁਭਾਏ ਕੀ। ਇਹਨਾਂ ਦਾ ਦੁਸ਼ਟਤਾਈ ਦਾ ਸੁਭਾਅ ਹੈ, ਇਸ ਕਰਕੇ ਮਤ ਦੇ ਨਾਲ ਸਦਾ ਹਮੇਸ਼ਾ ਭੁੱਲੀਆਂ ਹੋਈਆਂ ਨੇ। ਕਰਮ ਕਮਾਇਓ ਜਸ ਪਾਇਓ ਫਲ ਇਨੈ ਤਸ। ਕਹਿਣ ਲੱਗੇ ਮਹਾਰਾਜ, ਜਿਹੋ ਜਿਹਾ ਇਹਨਾਂ ਨੇ ਕਰਮ ਕੀਤਾ ਸੀ ਉਹੇ ਜਿਹਾ ਇਹਨਾਂ ਨੇ ਫਲ ਪਾ ਲਿਆ ਹੈ। ਸਾਧ ਉਪਕਾਰੀ ਹੋਤ ਇੱਛਾ ਨ ਹੈ ਕਾਹੇ ਕੀ। ਪਰ ਜਿਹੜੇ ਸਾਧੂ ਹੁੰਦੇ ਆ ਉਹ ਪਰਉਪਕਾਰੀ ਹੁੰਦੇ ਨੇ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਉਹਨਾਂ ਦੀ ਇੱਛਾ ਨਹੀਂ ਹੁੰਦੀ ਹੈ। ਸਵਈਆ ਮੰਦ ਮਤੀ ਮਨ ਮੂਰਖ ਇਹ ਜਨ। ਮਹਾਰਾਜ ਜੀ ਭੈੜੀ ਮੱਤ ਵਾਲੀਆਂ, ਮੂਰਖ ਮੱਤ ਵਾਲੀਆਂ ਹਨ। ਸੰਤਨ ਸੋ ਉੱਠ ਟਾਮਨ ਕੀਨਾ। ਜਿਨ੍ਹਾਂ ਨੇ ਉੱਠ ਕੇ ਸੰਤਾਂ ਨਾਲ ਹੀ ਟੂਣੇ ਕਰਨੇ ਸ਼ੁਰੂ ਕਰ ਦਿੱਤੇ। ਠੌਰ ਕਠੋਰ ਨਾ ਜਾਣਤ ਹੈ ਨਿਤ।
ਠੌਰ ਕਠੌਰ। ਮਹਾਰਾਜ ਜੀ ਥਾਂ ਕੁਥਾਂ ਭਾਵ ਚੰਗਾ ਮੰਦਾ ਇਹ ਨਹੀਂ ਜਾਣਦੀਆਂ। ਦੁਸ਼ਟ ਸੁਭਾਵ ਕਿਹੋਤ ਅਧੀਨਾ, ਹਮੇਸ਼ਾ ਦੁਸ਼ਟ ਸੁਭਾਅ ਦੇ ਅਧੀਨ ਰਹਿੰਦੀਆਂ। ਸੁਭਾਅ ਜਿਹੜਾ ਦੁਸ਼ਟਤਾਈ ਵਾਲਾ ਬਣਿਆ ਹੈ। ਆਪ ਕਰੋ ਕਰਨਾ ਕਰਨਾ ਕਰ, ਆਪ ਜੀ ਕਿਰਪਾ ਕਰੋ ਸਤਿਗੁਰੂ ਜੀ ਕਰਨਾ ਕਰ। ਆਪ ਜੀ ਕਿਰਪਾ ਕਰਨੀ ਕਰੋ, ਤੋ ਸਰਨਾ ਪਰਨਾ ਹਮ ਲੀਨਾ। ਤਾਂ ਅਸੀਂ ਤਾਂ ਹੁਣ ਮਹਾਰਾਜ ਜੀ ਤੁਹਾਡੀ ਸ਼ਰਨ ਗ੍ਰਹਿਣ ਕਰ ਲਈ ਹੈ। ਮਾਨ ਵਿਦੇਹ ਕਰੋ ਇਨ ਕੀ, ਇਹਨਾਂ ਦੀ ਵੀ ਮਹਾਰਾਜ ਹੁਣ ਮਨੁੱਖਾ ਦੇਹੀ ਬਣਾ ਦਿਓ। ਬਖਸ਼ੋ ਅਪਰਾਧ ਤੁਮੈ ਪ੍ਰਭ ਚੀਨਾ, ਅਸੀਂ ਤੇ ਤੁਹਾਨੂੰ ਪਰਮੇਸ਼ਰ ਜਾਣਿਆ, ਕਿਰਪਾ ਕਰਕੇ ਇਹਨਾਂ ਦਾ ਅਪਰਾਧ ਬਖਸ਼ ਦਿਓ। ਗੁਰੂ ਨਾਨਕ ਆਨਨ ਬੈਨ ਭਨੈ, ਗੁਰੂ ਨਾਨਕ ਦੇ ਪਾਤਸ਼ਾਹ ਨੇ ਫਿਰ ਮੁਖੋਂ ਇਹ ਬਚਨ ਕਹੇ। ਗੁਰਸਿੱਖ ਪ੍ਰਮਾਨ ਕਰੋ ਮਨ ਮਾਹੀ, ਭਾਈ ਸਾਰੇ ਗੁਰਸਿੱਖ ਬਣਨਾ ਮਨ ਵਿੱਚ ਪ੍ਰਵਾਨ ਕਰੋ। ਪਰਮੇਸ਼ਰ ਦਾ ਨਾਮ ਜਪੋਗੇ, ਸ਼ੁਭ ਕਰਮ ਕਰੋਗੇ, ਪਰਮਾਤਮਾ ਦੇ ਨਾਲ ਜੁੜ ਕੇ ਰਹੋਗੇ, ਗੁਰਸਿੱਖੀ ਧਾਰਨ ਕਰੋ। ਧਰਮਸਾਲ ਕਰੋ ਹਰ ਨਾਮ ਰਰੋ, ਧਰਮਸਾਲ ਬਣਾਓ ਤੇ ਪਰਮੇਸ਼ਰ ਦਾ ਨਾਮ ਜਪੋ। ਔਰ ਭਾਉ ਧਰੋ ਹਰ ਕੈ ਕ੍ਰਿਤ ਜਾਹੀ, ਤੇ ਆਪਣੇ ਹਿਰਦੇ ਵਿੱਚ ਪਰਮੇਸ਼ਰ ਦੀ ਭਾਵਨਾ ਭਾਉ ਭਗਤੀ ਧਾਰਨ ਕਰੋ, ਇਹੀ ਸ਼ੁਭ ਕ੍ਰਿਤ ਹੈ। ਸਿੱਖ ਸੰਤਨ ਸੇਵੋ ਹੋਏ ਭਲੋ ਤੁਮ, ਭਾਈ ਤੁਸੀਂ ਚੰਗੇ ਬਣ ਕੇ ਨਾ ਸਿੱਖ ਸਾਧੂ ਸੰਤਾਂ ਦੀ ਸੇਵਾ ਕਰਨੀ ਹੈ। ਗਰੀਬ ਪਰ ਨਹਿ ਅੰਤ ਕਫਾਹੀ, ਤਾਂ ਯਾਦ ਰੱਖਿਓ ਫਿਰ ਅੰਤ ਸਮੇਂ ਤੁਹਾਡੇ ਗਲ ਵਿੱਚ ਜਮਾਂ ਦੀ ਫਾਹੀ ਨਹੀਂ ਪਵੇਗੀ। ਸੁਣ ਦੀਨ ਭਏ ਪਨ ਹੀ ਮੁਖ ਤੇ, ਇਉਂ ਭਾਈ ਦੀਨ ਨਿਮਾਣੇ ਜੇ ਹੋ ਗਏ ਮਹਾਰਾਜ ਦੇ ਬਚਨ ਸੁਣ ਕੇ, ਤੇ ਮੁਖੋਂ ਕਹਿੰਦੇ ਹਨ ਤੁਮਰੇ ਅਨੁਸਾਰ ਬਿਨਾ ਹਮ ਨਾਹੀ, ਮਹਾਰਾਜ ਤੁਹਾਡੇ ਅਨੁਸਾਰ ਭਾਵ ਤੁਹਾਡੀ ਆਗਿਆ ਤੋਂ ਅਸੀਂ ਬਿਨਾ ਨਹੀਂ ਹਾਂ। ਕਬਿਤ ਨਾਰ ਦੁਰਾਚਾਰ ਵਿਭਚਾਰਨ ਕੀ ਚਾਰ ਜੈਸੇ, ਜੋ ਇਹ ਭਾਈ ਇਸਤਰੀਆਂ ਦੁਰਾਚਾਰ ਔਰ ਖੋਟਾ ਚਾਲ ਚੱਲਣ ਸੀ। ਬੇਵਿਚਾਰਨ ਇਹ ਚਾਰ ਦਾ ਭਾਵ ਹੈ ਇਹਨਾਂ ਦੀ ਚਾਲ ਸੀ ਜੈਸੀ। ਸੋ ਤੋ ਦੁੱਖ ਦੇਨ ਹੂੰ ਕੈ ਜੋਗ ਮਨ ਜਾਨੀਏ, ਇਸ ਕਰਕੇ ਫਿਰ ਜਿਹੋ ਜਿਹਨਾਂ ਦਾ ਚਾਲ ਚੱਲਣ ਸੀ ਉਹੇ ਜੇ ਫਿਰ ਦੁੱਖ ਹੀ ਦੇਣੇ ਹਨ। ਇਹ ਤਾਂ ਦੁੱਖ ਦੇਣ ਦੇ ਯੋਗ ਸਾਨੇ ਮਨ ਵਿੱਚ ਜਾਣ ਲਓ। ਭਏ ਹੋ ਅਧੀਨ ਪੁੰਨ ਬੇਨਤੀ ਸੋ ਕੀਨ ਤੁਮ, ਮਹਾਰਾਜ ਕਹਿੰਦੇ ਤੁਸੀਂ ਅਧੀਨ ਹੋ ਗਏ, ਬੇਨਤੀ ਕੀਤੀ ਹੈ। ਜਾਂ ਤੇ ਹੋਏ ਨਾਰ ਤਨ ਇਨ ਕੇ ਪ੍ਰਮਾਨੀਏ, ਇਸ ਕਰਕੇ ਹੁਣ ਇਹਨਾਂ ਦੇ ਇਸਤਰੀ ਤਨ ਹੋ ਜਾਣਗੇ ਇਹ ਪ੍ਰਮਾਨੀਏ। ਇਹ ਤੁਸੀਂ ਮਨ ਵਿੱਚ ਜਾਣ ਲਓ, ਸ੍ਰੇਸ਼ਟ ਬਾਤ ਜਾਣ ਲਓ। ਐਸੇ ਹੀ ਭਨਤ ਭਈ ਦੇਹ ਤਿਨ ਪੂਰਬ ਸੀ, ਇਸ ਤਰ੍ਹਾਂ ਕਹਿੰਦੇ ਉਹਨਾਂ ਦੀ ਜਿਹੜੇ ਸਰੀਰ ਦੇਹਾਂ ਨੇ ਉਹ ਪਹਿਲਾਂ ਵਰਗੀਆਂ ਹੋ ਗਈਆਂ। ਹੇਰ ਗੁਰ ਰੂਪ ਪੁਨ ਮਨ ਪਛਤਾਨੀਏ, ਤੇ ਉਹਨਾਂ ਇਸਤਰੀਆਂ ਨੇ ਸਤਿਗੁਰਾਂ ਦਾ ਸਰੂਪ ਵੇਖ ਕੇ ਫਿਰ ਮਨ ਵਿੱਚ ਪਛਤਾਉਂਦੀਆਂ ਨੇ। ਕਰਨਾ ਕਿਐਨ ਰਹੇ ਤਹਾਂ ਭਈ ਰਹਿਨ ਜਬ, ਕਰਨਾ ਕਿਐਨ ਕਰਨਾ ਦੇ ਘਰ ਫਿਰ ਸਤਿਗੁਰੂ ਜੀ ਉੱਥੇ ਹੀ ਰਹੇ ਜਦੋਂ ਰਾਤ ਹੋ ਗਈ ਹੈ। ਕੀਨੀ ਸੁਖ ਸੈਨ ਜਾਂ ਕੋ ਭੈ ਨਾ ਕਿਤ ਥਾਨੀਏ, ਜਿਨ੍ਹਾਂ ਨੂੰ ਕਿਸੇ ਜਗ੍ਹਾ ਕੋਈ ਭੈ ਨਹੀਂ ਹੈ ਮਹਾਰਾਜ ਨੇ ਫਿਰ ਭਾਈ ਉਸ ਰਾਤ ਉੱਥੇ ਆਰਾਮ ਕਰਨਾ ਕੀਤਾ ਹੈ। ਸਵਈਆ ਭੁਨ ਸਾਰ ਭਈ ਧੁਨ ਮੁਰਗ ਕਈ, ਭੁਨ ਸਾਰ ਭਈ ਸਵੇਰ ਹੋ ਗਈ ਹੈ ਤੇ ਧੁਨ ਮੁਰਗ ਕਈ, ਮੁਰਗ ਕਈ ਮੁਰਗਾ ਕੁੱਕੜ। ਸਵੇਰ ਹੋਈ ਕੁੱਕੜਾਂ ਨੇ ਵਾਂਗ ਦਿੱਤੀ। ਨਿਸ ਨਾਸ ਗਈ ਸੁਖ ਸਾਗਰ ਜਾਗੇ, ਰਾਤ ਖਤਮ ਹੋ ਗਈ, ਸੁੱਖਾਂ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਜਾਗੇ ਹਨ। ਮਿਲ ਮਾਨਵ ਜਾਨਵ ਭੇਦੈ ਕੋ, ਤਾਂ ਲੋਕ ਜਿਹੜੇ ਹਨ ਭਾਈ ਸਤਿਗੁਰੂ ਨੂੰ ਮਿਲਦੇ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਭੇਦ ਨੂੰ ਜਾਣਿਆ। ਤਿਨ ਆਨਵ ਭੇਦ ਹਿਰਦੈ ਅਨੁਰਾਗੇ,
ਜਾਂ ਜੋ ਵੀ ਪ੍ਰਾਣੀ ਮਿਲਦਾ ਹੈ ਉਹਦੇ ਸਭ ਅੰਦਰ ਦੇ ਭੇਦਾਂ ਨੂੰ ਜਾਣਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹਨਾਂ ਕੋਲੇ ਭਾਈ ਬੇਅੰਤ ਆਨੰਦ ਭੇਦ ਹਿਰਦੈ ਅਨਰਾਗੇ, ਪ੍ਰੇਮ ਦੇ ਨਾਲ ਸਤਿਗੁਰੂ ਪਾਤਸ਼ਾਹ ਕੋਲੇ ਬਹੁਤ ਆਏ ਲੋਕ, ਨਮਸਕਾਰਾਂ ਕੀਤੀਆਂ। ਪੱਗ ਪਾਹੁਲ ਦੀਨ ਕਰਤਾਰਥ ਕੀਨ, ਚਰਨ ਪਹੁਲ ਦਿੱਤਾ ਮਹਾਰਾਜ ਨੇ, ਉਹਨਾਂ ਨੂੰ ਕਰਤਾਰਥ ਕੀਤਾ ਹੈ। ਭਏ ਅਗਹੀਨ ਵੱਡੇ ਵੱਡ ਭਾਗੇ, ਤੇ ਉਹ ਅਗਹੀਨ ਹੋ ਗਏ, ਪਾਪਾਂ ਤੋਂ ਰਹਿਤ ਹੋ ਗਏ, ਵੱਡੇ ਭਾਗਾਂ ਵਾਲੇ ਬਣੇ ਹਨ। ਧਰਮਸਾਲ ਵਿਸਾਲ ਰਚੀ ਤਹਿ ਕਾਲ, ਉਸ ਸਮੇਂ ਫਿਰ ਉਹਨਾਂ ਨੇ ਵੱਡੀ ਇੱਕ ਧਰਮਸਾਲ ਉੱਥੇ ਬਣਾਈ ਹੈ। ਦਿਆਲ ਕੀ ਕੀਰਤ ਮੈਂ ਮਤ ਪਾਗੇ, ਔਰ ਪਰਮੇਸ਼ਰ ਦੀ ਕੀਰਤੀ ਦੇ ਵਿੱਚ ਉਹਨਾਂ ਦੀ ਮੱਤ ਜਿਹੜੀ ਹੈ ਪਾਗੇ ਰੰਗੀ ਗਈ। ਗੁਰੂ ਨਾਨਕ ਦੇ ਪਾਤਸ਼ਾਹ ਨੇ ਐਸਾ ਹੀ ਜਿੱਥੇ ਜਾਂਦੇ ਸਨ ਤੇ ਮਹਾਰਾਜ ਕਹਿੰਦੇ ਭਾਈ ਧਰਮਸਾਲ ਬਣਾਓ, ਲੰਗਰ ਚਲਾਓ, ਪਰਮਾਤਮਾ ਦਾ ਜਸ ਕਰੋ, ਬੈਠ ਕੇ satsang ਕਰੋ, ਇਹਦੇ ਨਾਲ ਹੀ ਭਲਾ ਹੋਵੇਗਾ। ਇਹ ਜੋ ਗੁਰੂਦੁਆਰ ਹੈ ਇਸੇ ਵਾਸਤੇ ਹੁੰਦਾ ਹੈ, satsang ਕਰਨੀ ਔਰ ਗੁਰੂ ਪਾਤਸ਼ਾਹ ਦਾ ਉਪਦੇਸ਼ ਗ੍ਰਹਿਣ ਕਰਨਾ। ਸਤਿਗੁਰੂ ਪਾਤਸ਼ਾਹ ਨੇ ਉੱਥੇ ਕਿਰਪਾ ਕੀਤੀ। ਦਿਨ ਪੰਚ ਦਹੇ ਅਗ ਓਗ ਹਹੇ, ਫਿਰ 5 ਦਿਨ ਮਹਾਰਾਜ ਜੀ ਉੱਥੇ ਰਹੇ ਹੈ ਤੇ ਬੇਅੰਤ ਹੀ ਜਿਹੜੇ ਪਾਪ ਨੇ ਉਹ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਹਹੇ ਦਾ ਭਾਵ ਹੈ ਦਗਧ ਕੀਤੇ, ਭਾਵ ਉਹਨਾਂ ਦੇ ਬੇਅੰਤ ਪਾਪਾਂ ਦਾ ਨਾਸ਼ ਕੀਤਾ। ਉਨ ਬੈਨ ਕਹੇ ਹਮ ਜਾਹੇ ਅਗਾਰੀ, ਫਿਰ ਮਹਾਰਾਜ ਨੇ ਬਚਨ ਕਹੇ ਭਾਈ ਹੁਣ ਅਸੀਂ ਅੱਗੇ ਜਾਣਾ ਹੈ। ਕਰ ਜੋਰ ਪੁਮਾਨ ਬਿਨੈ ਜੋ ਬਖਾਨ, ਉਹਨਾਂ ਹੱਥ ਜੋੜੇ ਜਿੰਨੇ ਵੀ ਮਾਈ ਭਾਈ ਸਨ ਸਾਰੇ, ਔਰ ਸਤਿਗੁਰੂ ਅੱਗੇ ਬੇਨਤੀ ਕੀਤੀ ਹੈ। ਭਈ ਇਹ ਥਾਨ ਮਾਇਆ ਜੋ ਤੁਮਾਰੀ, ਕਹਿਣ ਲੱਗੇ ਮਹਾਰਾਜ ਇਸ ਜਗ੍ਹਾ ਜੋ ਤੁਹਾਡੀ ਆਪ ਜੀ ਦੀ ਕਿਰਪਾ ਹੋਈ ਹੈ ਨਾ, ਤੁਸੀਂ ਇਹ ਸਾਡੇ ਤੇ ਮਿਹਰ ਕੀਤੀ ਹੈ। ਮਤ ਮੰਦਨ ਕੋ ਗਤ ਪੰਦ ਦਇਓ, ਸਾਨੂੰ ਮਾੜੀ ਮੱਤ ਵਾਲਿਆਂ ਨੂੰ, ਮਲੀਨ ਮੱਤ ਵਾਲਿਆਂ ਨੂੰ ਸਤਿਗੁਰੂ ਜੀ ਤੁਸੀਂ ਮੁਕਤੀ ਦਾ ਮਾਰਗ ਬਖਸ਼ਿਆ ਹੈ। ਸੁਖ ਆਨੰਦ ਗੋਬਿੰਦ ਮੁਕੰਦ ਉਚਾਰੀ, ਹੇਰ ਮਹਾਰਾਜ ਜੀ ਇਹ ਸੁੱਖਾਂ ਦੇ ਆਨੰਦ ਗੋਬਿੰਦ ਰੂਪ ਤੁਸੀਂ ਮੁਕਤੀ ਦਾਤੇ ਹੋ, ਤੁਸੀਂ ਇਹ ਸਾਨੂੰ ਉਪਦੇਸ਼ ਉਚਾਰਨ ਕੀਤਾ ਹੈ। ਇਹ ਠੌਰ ਰਹੋ ਦਿਨ ਔਰ ਕਛੂ, ਮਹਾਰਾਜ ਕਿਰਪਾ ਕਰਕੇ ਇਸ ਜਗ੍ਹਾ ਤੇ ਤੁਸੀਂ ਕੁਝ ਦਿਨ ਹੋਰ ਰਹੋ। ਬੇਨਤੀਆਂ ਕਰਨੀਆਂ ਮਹਾਰਾਜ ਕੁਝ ਦਿਨ ਹੋਰ ਰਹੋ। ਤਾਂ ਸਤਿਗੁਰਾਂ ਕਹਿਣਾ ਭਾਈ ਅਸੀਂ ਸ਼ਬਦ ਰੂਪ ਵਿੱਚ ਹਾਂ, ਤੁਸੀਂ ਸ਼ਬਦ ਨਾਲ ਜੁੜੋ। ਤੇ ਸ਼ਬਦ ਜਦੋਂ ਵੀ ਕਿਤੇ ਪੁੱਛਣਾ ਮਹਾਰਾਜ ਫਿਰ ਕਦੋਂ ਆਵਾਂਗੇ, ਮਹਾਰਾਜ ਕਹਿੰਦੇ ਸ਼ਬਦ ਰੂਪ ਦੇ ਵਿੱਚ ਹਾਜ਼ਰ ਹੈ, ਕਿਉਂਕਿ ਉਹ ਦੱਸਦਾ ਸੀ ਅਸੀਂ ਸ਼ਬਦ ਦੇ ਅਰਥ ਬ੍ਰਹਮ ਤੇ ਸ਼ਬਦ ਗੁਰਬਾਣੀ ਸ਼ਬਦ, ਇਸ ਦਾ ਥੋੜੇ ਭੇਦ ਨੇ। ਸ਼ਬਦ ਭਾਵ ਬ੍ਰਹਮ ਰੂਪ ਵਿੱਚ ਅਸੀਂ ਹਾਜ਼ਰ ਨਾਜ਼ਰ ਹੀ ਹਾਂ, ਇਹ ਵੀ ਭਾਵ ਹੈ। ਹਰ ਇੱਕ ਦੇ ਅੰਦਰ ਵਸ ਰਹੇ ਹਾਂ, ਅੰਦਰ ਵੀ ਹਾਂ ਬਾਹਰ ਵੀ ਹਾਂ, ਤੇ ਸ਼ਬਦ ਰੂਪ ਗੁਰਬਾਣੀ ਸ਼ਬਦ ਦੇ ਰੂਪ ਵਿੱਚ ਵੀ ਅਸੀਂ ਹਾਜ਼ਰ ਹਾਂ। ਇਹੀ ਸਾਡਾ ਮਿਲਾਪ ਹੈ। ਜਦੋਂ ਤੁਸੀਂ ਸ਼ਬਦ ਨਾਲ ਜੁੜ ਗਏ ਤਾਂ ਮਹਾਰਾਜ ਕਹਿੰਦੇ ਸਾਡੇ ਨਾਲ ਜੁੜੋ, ਸਾਨੂੰ ਹਾਜ਼ਰ ਨਾਜ਼ਰ ਹਰ ਸਮੇਂ ਜਾਣੋ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਇਹ ਠੌਰ ਰਹੋ ਦਿਨ ਔਰ ਕਛੂ, ਇਸ ਜਗ੍ਹਾ ਤੇ ਮਹਾਰਾਜ ਹੋਰ ਕੁਝ ਦਿਨ ਆਪ ਜੀ ਰਹੋ। ਸਿਰ ਮੌਰ ਤੁਹੀ ਜਗ ਮੈਂ ਗਤਕਾਰੀ, ਤੁਸੀਂ ਮਹਾਰਾਜ ਸਾਰੇ ਜਗਤ ਵਿੱਚ ਸ਼੍ਰੋਮਣੀ ਮੁਕਤੀ ਦਾਤੇ ਹੋ ਤੇ ਆਪ ਜੀ ਹੀ ਸਭ ਦੇ ਸਰਮੌਰ ਹੋ। ਸਾਨੂੰ ਭੈੜੀ ਮੱਤ ਵਾਲਿਆਂ ਨੂੰ ਤੁਸੀਂ ਮੁਕਤੀ ਭਗਤੀ ਰੂਪੀ ਰਸਤਾ ਬਖਸ਼ਿਆ ਹੈ। ਆਪ ਸਭ ਦੇ ਸ਼੍ਰੋਮਣੀ ਔਰ ਸਾਨੂੰ ਸ਼ੁਭ ਮੱਤ ਦੇਣ ਵਾਲੇ, ਸਾਡੀ ਗਤ ਕਰਨ ਵਾਲੇ ਹੋ। ਨਿਤ ਵਾਹਿਗੁਰੂ ਮੁਖ ਨਾਮ ਜਪੋ, ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਭਾਈ ਅਸੀਂ ਤੇ ਜਾਣਾ ਹੈ, ਹਾਂ ਹਾਜ਼ਰ ਹਾਂ ਅਸੀਂ, ਤੁਸੀਂ ਨਿਤ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਵਾਹਿਗੁਰੂ ਕਹਿਣਾ ਹੈ। ਅਰਦਾਸ ਤਿਹਾਵਲ ਕੀ ਕਰੀਏ, ਤਿਹਾਵਲ ਕੜਾ ਪ੍ਰਸ਼ਾਦ ਤਿਆਰ ਕਰਨਾ ਤੇ ਅਰਦਾਸ ਕਰਿਆ ਕਰੋ। ਇਹਦੇ ਵਿੱਚ ਬੜੀ ਵੱਡੀ ਤਾਕਤ ਹੈ।
ਇਹ ਆਪਾਂ ਪਹਿਲਾਂ ਵੀ ਰਮਤਾ ਵਿੱਚ ਇਹ ਗੱਲ ਵਿਚਾਰੀ ਸੀ। ਕੋਈ ਦੁੱਖ ਹੈ ਗੁਰਮੁਖੋ, ਕੋਈ ਸੁੱਖ ਦੁੱਖ ਹਰ ਸਮੇਂ ਕੋਈ ਇੱਛਾ ਹੈ, ਕੜਾਹ ਪ੍ਰਸ਼ਾਦ ਕਰਕੇ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਜਾਵੇ ਭਾਵਨਾ ਨਾਲ, ਤਾਂ ਮਹਾਰਾਜ ਕਿਰਪਾ ਕਰਦੇ ਹੈ। ਬੜੇ ਬੇਅੰਤ ਐਸੇ ਕਾਰਜ ਕਿਤਨੇ ਹੀ ਇਹ ਤੇ ਪ੍ਰਤੱਖ ਹੈ ਆਪਣੀ ਸਥਾਨ ਤੇ। ਇੱਥੇ ਬੜੀਆਂ ਇੱਕ ਨਹੀਂ ਹਜ਼ਾਰਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੇ ਕਾਰਜ ਮਹਾਰਾਜ ਨੇ ਸਫਲ ਕੀਤੇ। ਉਹ ਕਿਵੇਂ ਕੀਤੇ? ਅਰਦਾਸ ਬੇਨਤੀ ਕੜਾਹ ਪ੍ਰਸ਼ਾਦ ਕਰਕੇ ਹੋਏ। ਇੱਥੇ ਰੋਜ਼ ਆਪਾਂ ਬੜੇ ਭਾਗੀ ਆ, ਕੋਈ ਹਰ ਰੋਜ਼ ਪਰਿਵਾਰ ਕੜਾਹ ਪ੍ਰਸ਼ਾਦ ਕਰਾ ਅਰਦਾਸ ਕਰਾਉਂਦੇ। ਇਹ ਸਤਿਗੁਰੂ ਦੀ ਕਲਾ ਹੈ, ਜੋ ਮਹਾਰਾਜ ਦੇ ਇਤਿਹਾਸਕ ਬਚਨ ਹੈ। ਇਹ ਕੋਈ ਉਹੀ ਰੀਤਾਂ ਨਹੀਂ ਚੱਲੀਆਂ, ਇਹਨਾਂ ਦੇ ਪਿੱਛੇ ਬਹੁਤ ਵੱਡੇ ਭਾਵ ਹੈ। ਮਹਾਰਾਜ ਕਹਿੰਦੇ ਅਰਦਾਸ ਤਿਹਾਵਲ ਕੀ ਕਰੀਏ, ਤਿਹਾਵਲ ਦੀ ਅਰਦਾਸ ਕਰਨੀ ਹੈ। ਇਵੇਂ ਬੇਨਤੀ ਕਰਾਂ, ਬਾਕੀ ਗੁਰਮੁਖੋ ਜਿਹੜੇ ਪਦਾਰਥ ਨੇ ਹੋਰ ਉਹਨਾਂ ਤੋਂ ਸੰਕੋਚ, ਕਈ ਵਾਰ ਆਪਾਂ ਠੀਕ ਹੈ ਵੀ ਉਹ ਖਾਣਯੋਗ ਪਦਾਰਥ ਹੁੰਦੇ ਆ ਛਕ ਲਏ, ਪਰ ਜਿਹੜਾ ਕੋਈ ਵਾਹ ਲੱਗਦੀ ਕੋਸ਼ਿਸ਼ ਕਰਨੀ ਹੈ ਕਿ ਤਿਹਾਵਲ ਕੜਾਹ ਪ੍ਰਸ਼ਾਦ ਕਰਾ ਕੇ ਅਰਦਾਸ ਕਰਨੀ। ਇਹ ਮਹਾਰਾਜ ਦੇ ਬਚਨ ਹਨ। ਮਨ ਕਾਮਨਾ ਪੂਰਨ ਹੋਵੇਗੀ, ਤਾਂ ਮਹਾਰਾਜ ਕਹਿੰਦੇ ਤੁਹਾਡੀ ਮਨ ਕਾਮਨਾ ਪੂਰਨ ਹੋਊਗੀ। ਹਰ ਕੀਰਤ ਪ੍ਰੀਤ ਹਿਰਦੈ ਧਰੀਏ, ਹਰੀ ਦੀ ਕੀਰਤੀ ਔਰ ਪ੍ਰੇਮ ਹਿਰਦੇ ਵਿੱਚ ਧਾਰਨ ਕਰਨਾ ਹੈ। ਸਤ ਸੰਗਤ ਸੋ ਮਿਲ ਕਾਲ ਬਿਤਾਵੋ, ਫਿਰ ਭਾਈ ਸਤਸੰਗ ਵਿੱਚ ਮਿਲ ਕੇ ਆਪਣਾ ਸਮਾਂ ਬਤੀਤ ਕਰਨਾ ਹੈ। ਮੈਲ ਜਨਮ ਮਨ ਕੀ ਹਰੀਏ, ਜਨਮਾਂ ਦੀ ਜਿਹੜੀ ਹੈ ਜਨਮਨ ਭਾਵ ਬਹੁਤੇ ਜਨਮਾਂ ਦੀ ਮੈਲ ਜਿਹੜੀ ਹੈ ਉਹਨੂੰ ਇਸ ਤਰ੍ਹਾਂ ਦੂਰ ਕਰ ਲੋ। ਇਹ ਭਾਂਤ ਦਇਓ ਉਪਦੇਸ਼ ਤਿਨੈ, ਇਸ ਤਰ੍ਹਾਂ ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਦਿੱਤਾ। ਪੌਨੇ ਆਪ ਚੱਲੇ ਪਿਖ ਜਾ ਤਰੀਏ, ਫਿਰ ਮਹਾਰਾਜ ਜੀ ਆਪ ਚੱਲ ਪਏ। ਜਿਨ੍ਹਾਂ ਦੇ ਦਰਸ਼ਨ ਕੀਤੇ ਗੁਰਮੁਖੋ ਭਲਾ ਹੋ ਜਾਂਦਾ, ਜੀਵ ਤਰ ਜਾਂਦਾ। ਐਸੇ ਸਤਿਗੁਰੂ ਜੀ ਫਿਰ ਇੱਥੋਂ ਅੱਗੇ ਚੱਲੇ ਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ। ਇਹ ਤਾਂ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ ਪਹਿਲੇ ਮਹੱਲੇ ਕਾਮਰੂ ਦੇਸ਼ ਪ੍ਰਸੰਗ ਵਰਣਨ, ਇਹ ਕਾਮਰੂ ਦੇਸ਼ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ 29 ਸਮੂਹ ਮੰਦਰ ਹੈ। ਇਹ 29ਵੇਂ ਘਰ ਦੇ ਪ੍ਰਸੰਗ ਹਨ। ਇੱਥੇ 29ਵੇਂ ਘਰ ਦਾ ਪ੍ਰਸੰਗ ਸੰਪੂਰਨ ਹੈ। ਕੱਲ ਅੱਗੇ 30ਵੇਂ ਘਰ ਦਾ ਪ੍ਰਸੰਗ ਪੜਾ ਸੁਣਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।